ਹਿਮਾਚਲ ਦੇ ਮੈਗਾ ਸ਼ੋ ਸੁਨਹਿਰਾ ਪੰਜਾਬ 2022 ਦੇ ਵਿੱਚ ਅਗਲੇ ਸੈਸ਼ਨ ਦੇ ਵੱਲ ਵਧਾਂਗੇ, ਜਿਸ ਸੈਸ਼ਨ ਦਾ ਨਾਮ ਹੈ ਮੀਟ ਹਾਇਰ ਰਿਸਪੌਂਸਿਬਿਲਿਟੀ। ਮੀਟ ਹੇਅਰ ਦੇ ਨਾਮ ਤੋਂ ਹੀ ਸੈਸ਼ਨ ਦਾ ਨਾਮ ਰੱਖਿਆ ਹੈ ਤੇ ਇਸ ਸੈਸ਼ਨ ਦੇ ਵਿੱਚ ਚਰਚਾ ਕਰਾਂਗੇ ਹਾਇਰ ਐਜੂਕੇਸ਼ਨ ਮਿਨਿਸਟਰ ਗੁਰਮੀਤ ਸਿੰਘ ਮੀਟ ਹੇਅਰ ਜੀ ਦੇ ਨਾਲ। ਲੇਕਿਨ ਉਸ ਤੋਂ ਪਹਿਲਾਂ ਇੱਕ ਆਡੀਓ ਵਿਜ਼ੂਅਲ ਦੇ ਜ਼ਰੀਏ ਦੇਖਦੇ ਹਾਂ ਇਹਨਾਂ ਦਾ ਵਿਜ਼ਨ। गुरमीत सिंह मीत हेयर, उम्र 32 साल, विधानसभा सीट बरनाला। इंजीनियरिंग की पढ़ाई मुकम्मल करके सोशल इंजीनियरिंग के लिए सियासत के खिते विच पैर रखा मीत हेयर ने 32 साल की उम्र विच मीत हेयर लगातार दूजी बार बरनाला सीट तो विधायक चुने गए ने। इस नाल बरनाला हलके नूं 35 साल बाद वजारत विच अहम भूमिका मिली है। पार्टी ਲਈ ਬੁਲਾਰੇ ਵਜੋਂ ਵੱਖ-ਵੱਖ ਫਰੰਟ ਤੇ ਮੋਰਚਾ ਸਾਂਭ ਚੁੱਕੇ ਮੀਤ ਹੇਅਰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਵੀ ਨੇ। ਸੁਨਹਿਰਾ ਪੰਜਾਬ ਦੇ ਮੰਚ ਤੇ ਸਵਾਗਤ ਕਰਦੇ ਹਾਂ ਭਗਵੰਤ ਮਾਨ ਕੈਬਨਿਟ ਦੇ ਨੌਜਵਾਨ ਚਿਹਰੇ ਗੁਰਮੀਤ ਸਿੰਘ ਮੀਤ ਹੇਅਰ ਦਾ। I'll now request our Deputy News Editor Gaurav Shukla to please escort the Honourable Minister on the stage. ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਮੰਚ ਦੇ ਉੱਤੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕ ਸਕੀਏ ਤੇ ਲੋਕਾਂ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਲੈ ਸਕੀਏ। ਇਸ ਸੈਗਮੈਂਟ ਦੇ ਵਿੱਚ ਸਾਡੇ ਨਾਲ ਨੇ ਮੀਤ ਹੇਅਰ, ਨੌਜਵਾਨ ਚਿਹਰਾ ਨੇ, ਬਹੁਤ ਅਹਿਮ ਡਿਪਾਰਟਮੈਂਟਸ ਉਹਨਾਂ ਦੇ ਕੋਲ ਨੇ, ਇਸ ਕਰਕੇ ਅਸੀਂ ਇਸ ਸੈਗਮੈਂਟ ਦਾ ਨਾਮ ਮੀਤ ਹਾਇਰ ਰਿਸਪੌਂਸਿਬਿਲਿਟੀਜ਼ ਵੀ ਰੱਖਿਆ। ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਤੁਹਾਡਾ। ਧੰਨਵਾਦ ਗੌਰਵ ਜੀ ਐਂਡ ਅਰਸ਼ ਜੀ ਤੇ ਸਾਰੇ ਜਿਹੜੇ ਨਿਊਜ਼ 18 ਦੇ ਸਰੋਤੇ ਆ, ਮੇਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹਾਇਰ ਐਜੂਕੇਸ਼ਨ ਦੇ ਉੱਤੇ ਸਵਾਲ ਕਰਾਂਗੇ, ਪਰ ਸਵਾਲ ਹਾਈਫਾਈ ਦੇ ਨਾਲ ਸਵਾਲ ਜਿਹੜੇ ਬਿਲਕੁਲ ਗਰੀਬ ਤਬਕਾ ਉਸ ਦੇ ਨਾਲ ਵੀ ਜੁੜੇ ਹੋਣਗੇ। ਜਿਹੜੇ ਹਾਈਫਾਈ ਹੈਗੇ ਨੇ ਉਹਨਾਂ ਨਾਲ ਤਾਂ ਅਸੀਂ ਜੁੜੇ ਸਵਾਲ ਉਹਨਾਂ ਲਈ ਵੀ ਪੁੱਛਾਂਗੇ। ਮੈਂ ਸ਼ੁਰੂਆਤ ਕਰਦਾ ਸਰ, ਬਹੁਤ ਸਾਰੇ ਡਿਪਾਰਟਮੈਂਟ ਤੁਹਾਡੇ ਕੋਲ ਹੈਗੇ ਨੇ ਔਰ ਇੱਕ ਡਿਪਾਰਟਮੈਂਟ ਦੇ ਉੱਤੇ ਤੁਸੀਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬੜੀ ਜ਼ਬਰਦਸਤ ਮਿਹਨਤ ਕੀਤੀ ਔਰ ਲੋਕਾਂ ਨੇ ਦੇਖਿਆ ਕਿ ਕਿਵੇਂ ਤੁਸੀਂ ਸਕੂਲਾਂ 'ਚ ਗਏ ਹੋ। ਪਰ ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹੁੰਦਾ ਕਿ ਇਸ ਸਮੇਂ ਮੀਤ ਹੇਅਰ ਦਾ ਫੋਕਸ ਆਪਣੇ ਕਿਹੜੇ ਡਿਪਾਰਟਮੈਂਟ ਦੇ ਉੱਤੇ ਹੈ? ਤੁਹਾਡੇ ਕੋਲ ਹਾਇਰ ਐਜੂਕੇਸ਼ਨ ਹੈ, ਸਾਇੰਸ ਐਂਡ ਟੈਕਨੋਲੋਜੀ ਹੈ, ਕਿਸ ਦੇ ਉੱਤੇ ਸਭ ਤੋਂ ਜ਼ਿਆਦਾ ਤੁਸੀਂ ਇਸ ਸਮੇਂ ਫੋਕਸ ਕਰ ਰਹੇ ਹੋ? ਦੇਖੋ, ਪਿਛਲੇ 3 ਮਹੀਨੇ ਮੇਰੇ ਕੋਲੇ ਸਕੂਲ ਐਜੂਕੇਸ਼ਨ ਸੀ, ਹਾਇਰ ਐਜੂਕੇਸ਼ਨ ਸੀ, ਸਪੋਰਟਸ ਸੀ। ਮੈਂ ਲਗਾਤਾਰ ਸਾਰਿਆਂ ਤੇ ਕੰਮ ਕੀਤਾ, ਬੜੇ ਸਕੂਲਸ ਦੇ ਵਿੱਚ ਵਿਜ਼ਿਟ ਵੀ ਕੀਤਾ, ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਣਾ। ਕਿਉਂਕਿ ਭਾਵੇਂ ਸਾਡੇ ਕੋਲ ਇੱਕ ਬਹੁਤ ਅੱਛਾ ਐਜੂਕੇਸ਼ਨ ਦਾ ਮਾਡਲ ਹੈ ਦਿੱਲੀ ਦੇ ਵਿੱਚ, ਅਸੀਂ ਬਹੁਤ ਅੱਛਾ ਕੰਮ ਕੀਤਾ ਮਨੀਸ਼ ਸਿਸੋਦੀਆ ਜੀ ਨੇ, ਤੇ ਅੱਜ ਸਾਰੀ ਦੁਨੀਆ ਇਸ ਗੱਲ ਨੂੰ ਮੰਨਦੀ ਹੈ। ਮਤਲਬ ਕਿ ਜੇ ਇਲੈਕਸ਼ਨ ਦੇ ਵਿੱਚ ਭਾਵੇਂ ਜਿੱਥੇ ਆਮ ਆਦਮੀ ਪਾਰਟੀ ਨਹੀਂ ਵੀ ਇਲੈਕਸ਼ਨ ਲੜ ਰਹੀ, ਜੇ ਐਜੂਕੇਸ਼ਨ ਮੁੱਦਾ ਬਣਿਆ ਤਾਂ ਉਹ ਆਮ ਆਦਮੀ ਪਾਰਟੀ ਕਰਕੇ ਬਣਿਆ। ਪਹਿਲਾਂ ਇਹ ਕਿਸੇ ਸੂਬੇ ਦੀ ਇਲੈਕਸ਼ਨ ਹੋਵੇ ਕਦੇ ਮੁੱਦਾ ਹੀ ਨਹੀਂ ਸੀ ਹੁੰਦਾ। ਸੋ ਅਸੀਂ ਬਹੁਤ ਅੱਛਾ ਕੰਮ ਕੀਤਾ ਉੱਥੇ। ਇੱਕ ਸਾਡੇ ਕੋਲ ਮਾਡਲ ਹੈ ਇਸਟੈਬਲਿਸ਼ਡ, ਜਿਹਦੇ ਕਰਕੇ ਸਾਨੂੰ ਪੰਜਾਬ ਦੇ ਲੋਕਾਂ ਨੇ ਕਹਿ ਲਓ ਬਹੁਤ ਵੱਡਾ ਮੈਂਡੇਟ ਵੀ ਦਿੱਤਾ, ਐਜੂਕੇਸ਼ਨ ਦਾ ਵੱਡਾ ਰੋਲ ਸੀ। ਪਰ ਉਹਦੇ ਨਾਲ ਮੈਂ ਕਿਉਂਕਿ ਜਿਹੜਾ ਨਵੀਂ ਕੋਈ ਪੰਜਾਬ ਲਈ ਪਾਲਿਸੀ ਤਿਆਰ ਕਰਨੀ ਹੈ, ਕੋਈ ਮਾਡਲ ਤਿਆਰ ਕਰਨਾ ਸੀ, ਬਜਟ ਰੱਖਣਾ ਸੀ, ਉਹਦੇ ਲਈ ਪੰਜਾਬ 'ਚ ਕੀ ਹਾਲਾਤ ਨੇ, ਸਾਡੀ ਗਰਾਊਂਡ ਪੱਧਰ ਤੇ ਸਾਡੇ ਸਕੂਲਾਂ 'ਚ ਕੀ ਚੀਜ਼ ਦੀ ਜ਼ਰੂਰਤ ਹੈ, ਬਾਕੀ ਸਾਡੇ ਜਿਹੜੇ ਟੀਚਰਸ ਹੈ, ਸਾਡੇ ਲੈਕਚਰਾਰ ਨੇ, ਜਾਂ ਕੋਈ ਮੈਂ ਕਹਿੰਦਾ ਸਕੂਲ 'ਚ ਕੰਮ ਕਰਦਾ ਪੀਐਨ ਵੀ ਹੈ, ਉਹਨਾਂ ਦਾ ਆਪਦਾ ਐਕਸਪੀਰੀਅੰਸ ਹੈ ਇੱਥੇ ਕੀ ਮੁਸ਼ਕਿਲਾਂ ਨੇ। ਸਾਡੇ ਕਈ ਟੀਚਰਸ ਨੇ ਬਹੁਤ ਅੱਛਾ ਕੰਮ ਕੀਤਾ। ਸੋ ਇਸੇ ਕਰਕੇ ਮੈਂ ਪੰਜਾਬ ਦੇ ਬੜੇ ਸਕੂਲਸ 'ਚ, ਸ਼ਹਿਰਾਂ 'ਚ ਵੀ, ਪਿੰਡਾਂ 'ਚ ਵੀ, ਰੂਰਲ ਏਰੀਆ 'ਚ ਮੈਂ ਬੜੀ ਜਗ੍ਹਾ ਵਿਜ਼ਿਟ ਕੀਤਾ, ਤਾਂ ਕਿ ਮੈਨੂੰ ਇੱਥੋਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਤੇ ਸਮੱਸਿਆਵਾਂ ਦੇ ਹੱਲ ਵੀ, ਤਾਂ ਕਿ ਸਾਨੂੰ ਜਿਹੜੇ ਸਾਡੇ ਜਿਹੜੇ ਟੀਚਰਸ ਹੈ, ਇਹ ਤੱਕ ਕਿ ਬੱਚਿਆਂ ਤੋਂ ਮੈਂ ਪੁੱਛਦਾ ਸੀ ਵੀ ਕੀ ਸਮੱਸਿਆ, ਕੀ ਇਹਦਾ ਹੱਲ ਹੋ ਸਕਦਾ। ਸੋ ਬੜਾ ਕੁਝ ਸਾਨੂੰ ਜਿਹੜਾ ਗਰਾਊਂਡ ਰਿਐਲਿਟੀਜ਼ ਦਾ, ਕਿਉਂਕਿ ਦਿੱਲੀ 'ਚ ਬਹੁਤ ਅੱਛਾ ਕੰਮ ਕੀਤਾ, ਪਰ ਅਸੀਂ ਇੱਥੋਂ ਵੀ ਸਮਝਣਾ ਚਾਹੁੰਦੇ ਸੀ। ਜਿਵੇਂ ਸਾਡਾ ਜਿਹੜਾ ਵਿੱਤ ਮੰਤਰੀ ਸਾਹਿਬ ਨੇ ਜਿਹੜਾ ਬਜਟ ਵੀ ਉਹਨਾਂ ਨੇ ਜਿਹੜੇ ਇੰਡਸਟਰੀਲਿਸਟ ਹੈ, ਵੱਖ-ਵੱਖ ਜਿਹੜੇ ਤਬਕਿਆਂ ਦੇ ਲੋਕ ਹੈ, ਉਹਨਾਂ ਨਾਲ ਬੈਠ ਕੇ ਜਿਹੜਾ ਤਿਆਰ ਕੀਤਾ, ਉਵੇਂ ਐਜੂਕੇਸ਼ਨ ਲਈ ਵੀ ਅਸੀਂ ਬੜੀਆਂ ਜਿਹੜੀਆਂ ਮੀਟਿੰਗਸ ਨੇ ਜਿਹੜੀਆਂ ਮੈਂ ਜਿਹੜਾ ਗਰਾਊਂਡ ਤੇ ਜਾ ਕੇ ਕੰਮ ਕੀਤਾ, ਤੇ ਬੜੀ ਫੀਡਬੈਕ ਵੀ ਮਿਲੀ, ਕਿਉਂਕਿ ਸਾਡੇ ਕੁਝ ਲੋਕਾਂ ਨੇ ਬਹੁਤ ਅੱਛਾ ਕੰਮ ਕੀਤਾ।
ਉਸੇ ਨੂੰ ਧਿਆਨ 'ਚ ਰੱਖਦੇ ਜਿਹੜਾ ਰੀਸੈਂਟ ਜਿਹੜਾ ਬਜਟ ਅਸੀਂ ਪੇਸ਼ ਕੀਤਾ ਉਹਦੇ 'ਚ ਬੜੀਆਂ ਚੀਜ਼ਾਂ ਤੁਸੀਂ ਦੇਖਿਆ, ਕਿਉਂਕਿ ਮੈਂ ਸਕੂਲਾਂ 'ਚ ਜਾ ਕੇ ਦੇਖਿਆ ਕਿ ਸਾਡੇ ਕੋਲੇ ਕੋਈ ਇਦਾਂ ਦਾ ਬਜਟ ਹੀ ਨਹੀਂ ਵੀ ਅਸੀਂ ਜਿਹੜੇ ਸਕੂਲਾਂ ਦੇ ਬਿੱਲ ਭਰ ਸਕੀਏ। ਜੀ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ ਬਿਜਲੀ ਦੇ ਬਿੱਲ ਦੀ, ਹੈ ਨਾ। ਇਸੇ ਕਰਕੇ ਤੁਸੀਂ ਦੇਖੋ ਵੀ ਤਕਰੀਬਨ 300 ਕਰੋੜ ਰੁਪਈਆ ਐਤਕੀ ਅਸੀਂ ਸੋਲਰ ਇਕੋ ਫਰੈਂਡਲੀ ਵੀ ਹੈ ਨਾ, এনवायरमेंट ਨੂੰ ਵੀ ਦੇਖਦੇ ਹੋਏ ਅਸੀਂ 300 ਕਰੋੜ ਰੁਪਈਆ ਸਾਰੇ ਸਕੂਲਸ ਨੂੰ ਜਿਹੜਾ ਸੋਲਰ ਲਾਉਣ ਦੀ ਜਿਹੜੀ ਪ੍ਰੋਵੀਜ਼ਨ ਹੈ ਉਹ ਅਸੀਂ ਰੱਖੀ ਹੈ। ਬੜੇ ਸਕੂਲਾਂ 'ਚ ਮੈਂ ਗਿਆ, ਤਕਰੀਬਨ 52-5300 ਸਕੂਲ ਇਦਾਂ ਦਾ ਪੰਜਾਬ 'ਚ ਜਿਨ੍ਹਾਂ ਦਾ ਤੁਸੀਂ ਦੇਖੋ ਵੀ ਜਿਹੜੀ ਸਭ ਤੋਂ ਜਿਹੜੀ ਕਹਿ ਲਓ ਵੀ ਬਾਉਂਡਰੀ ਵਾਲ ਦੀ ਹੈ ਨਹੀਂ ਜਾਂ ਜਿਹੜੀ ਰਿਪੇਅਰ ਕਰਨ ਵਾਲੀ ਹੈ ਉਹਦੇ ਲਈ ਵੀ ਤਕਰੀਬਨ 300 ਕਰੋੜ ਦੀ ਪ੍ਰੋਵੀਜ਼ਨ ਰੱਖੀ ਹੈ। ਸਕੂਲਸ 'ਚ ਗਏ, ਉੱਥੇ ਦੇਖਿਆ ਕਿ ਜੀ ਸਫਾਈ ਹੈ ਨਹੀਂ। ਸਫਾਈ ਕਿਉਂ ਨਹੀਂ? ਜੋ ਕਹਿੰਦੇ ਜੀ ਕਲਾਸ 4 ਹੀ ਹੈ ਨਹੀਂ, ਹੈ ਨਾ। ਬੜੀਆਂ ਚੀਜ਼ਾਂ ਦੀ ਜਿਹੜੀ ਮੇਨਟੇਨੈਂਸ ਹੈ, ਜਿਹੜਾ ਨਾਨ ਟੀਚਿੰਗ ਦਾ ਕੰਮ ਸਕੂਲ ਦੇ ਪ੍ਰਿੰਸੀਪਲਸ ਨੂੰ ਕਰਨਾ ਪੈ ਰਿਹਾ, ਹੈੱਡਮਾਸਟਰ ਨੂੰ ਕਰਨਾ ਪੈ ਰਿਹਾ। ਇਸੇ ਲਈ ਬਜਟ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਰੱਖੀ ਗਈ ਕਿ 123 ਕਰੋੜ ਰੁਪਈਆ ਜਿਹੜੇ ਇੱਕ ਸਟੇਟ ਮੈਨੇਜਰ ਜਿਹੜੇ ਅਪੁਆਇੰਟ ਹੋਣਗੇ ਉਹਦੇ ਲਈ ਅਸੀਂ ਸਿਰਫ ਉਹਨਾਂ ਦਾ ਕੰਮ ਬੰਦੇ ਰੱਖ ਕੇ ਸਕੂਲ ਮੇਨਟੇਨੈਂਸ, ਸਾਫ ਸਫਾਈ ਤੇ ਜਿਹੜਾ ਦਿੱਤਾ ਜਾਊਗਾ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਕੀਤੀਆਂ ਨੇ। ਸੋ ਹੋਰ ਵੀ ਜਿਹੜੀਆਂ ਬਜਟ ਦੇ ਵਿੱਚ ਬੜੀਆਂ ਪ੍ਰੋਵੀਜ਼ਨ ਰੱਖੀਆਂ ਗਈਆਂ, ਚਾਹੇ ਜਿਹੜੇ ਸਕੂਲ ਆਫ ਐਮੀਨੈਂਸ ਬਣਾਉਣ ਦੀ ਗੱਲ ਕੀਤੀ ਗਿਆ, 100 ਸਕੂਲ, ਹੈ ਨਾ, ਤੇ ਡਿਜੀਟਲ ਕਲਾਸਰੂਮ ਦੀ ਹੋਰ ਵੀ ਜਿਹੜੀਆਂ ਬੜੀਆਂ ਪ੍ਰੋਵੀਜ਼ਨਸ ਰੱਖੀਆਂ ਨੇ। ਅਸੀਂ ਮੈਨੂੰ ਲੱਗਦਾ ਕਿ ਦਿੱਲੀ ਜਿਹੜਾ ਮਾਡਲ ਹੈ ਉਹਨੂੰ ਵੀ ਦੇਖ ਕੇ ਤੇ ਜੋ ਸਾਡੀ ਗਰਾਊਂਡ ਰਿਐਲਿਟੀ ਹੈ ਉਹਨੂੰ ਵੀ ਦੇਖ ਕੇ ਸਾਰਾ ਤਿਆਰ ਕੀਤਾ ਗਿਆ। ਅਧਿਆਪਕਾਂ ਨੂੰ ਲੈ ਕੇ ਖਾਸ ਕਰਕੇ, ਕਿਉਂਕਿ ਤੁਸੀਂ ਨਾਨ ਟੀਚਿੰਗ ਸਟਾਫ ਦੀ ਗੱਲ ਕੀਤੀ ਕਿ ਉਸ ਦੀ ਕਮੀ ਦੇਖਣ ਨੂੰ ਮਿਲੀ, ਲੇਕਿਨ ਬਹੁਤ ਸਾਰੇ ਇਲਾਕੇ ਅਜਿਹੇ ਵੀ ਨੇ ਜਿੱਥੇ ਜਿਹੜਾ ਸਬਜੈਕਟ ਜਿਹੜੇ ਟੀਚਰ ਨੂੰ ਪੜਾਉਣਾ ਚਾਹੀਦਾ ਉਹ ਟੀਚਰ ਹੈ ਨਹੀਂ, ਕੋਈ ਹੋਰ ਟੀਚਰ ਉਹ ਸਬਜੈਕਟ ਪੜ੍ਹਾ ਰਿਹਾ ਹੈ, ਜਾਂ ਫਿਰ ਕੱਚੇ ਅਧਿਆਪਕਾਂ ਦੀ ਗੱਲ ਕਰ ਲਈਏ, ਧਰਨੇ ਲੱਗਣੇ ਨਾਲ ਦੀ ਨਾਲ ਸ਼ੁਰੂ ਹੋ ਜਾਂਦੇ ਨੇ। ਤਾਂ ਉਸ ਸਭ ਨੂੰ ਲੈ ਕੇ ਕੀ ਕੁਝ ਤੁਸੀਂ ਆਪ ਦੇਖਿਆ ਜਾ ਕੇ ਕਿ ਕਿੰਨਾ ਇਹ ਚੀਜ਼ਾਂ ਹੈਗੀਆਂ ਨੇ ਤੇ ਕਿਵੇਂ ਵੱਧਦੀਆਂ ਜਾ ਸਕਦੀਆਂ? ਪਤਾ ਨਹੀਂ ਪਿਛਲੇ ਸਮੇਂ 'ਚ ਇਹ ਕਿਹੜੀ ਪਾਲਿਸੀ ਤਿਆਰ ਕੀਤੀ ਗਈ ਕਿ ਹਿਸਟਰੀ ਪੜ੍ਹਾਉਣੀ ਹੈ, ਜੀਓਗ੍ਰਾਫੀ ਪੜ੍ਹਾਉਣੀ ਹੈ, ਸਿਵਿਕਸ ਪੜ੍ਹਾਉਣੀ ਹੈ ਜੀ, ਇੱਕੋ ਜਿਹੜਾ ਟੀਚਰ। ਇੰਗਲਿਸ਼ ਵਾਲੇ ਨੂੰ ਕਹਤਾ ਤੂੰ SSB ਪੜ੍ਹਾ, ਤੂੰ ਹਿਸਟਰੀ ਪੜ੍ਹਾ, ਤੂੰ ਜੀਓਗ੍ਰਾਫੀ ਪੜ੍ਹਾ। ਠੀਕ ਹੈ, ਉਹ ਟਾਈਮ ਪਾਸ ਲਈ ਪੜ੍ਹਾ ਸਕਦਾ, ਬਟ ਇੱਕ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਹੈ ਉਹ ਨਹੀਂ ਉਹ ਦੇ ਸਕਦਾ। ਉਹ ਹਿਸਟਰੀ ਦਾ ਠੀਕ ਹੈ ਪੜ੍ਹ ਕੇ ਬੱਚਿਆਂ ਨੂੰ ਦੱਸ ਦੂਗਾ ਭਾਈ ਐਂ ਲਿਖਿਆ, ਪਰ ਇੱਕ ਮਾਹਰ ਚਾਹੀਦਾ ਹਿਸਟਰੀ ਦੀ, ਕੋਈ MA ਹੋਵੇ, ਕੋਈ ਉਹਨੇ ਕੋਈ PhD ਕੀਤੀ ਹੋਵੇ। ਪਰ ਇਹ ਬੜੇ ਸਬਜੈਕਟ ਦੇ ਵਿੱਚ ਇਦਾਂ ਕੀਤਾ ਗਿਆ, ਪੋਸਟਾਂ ਜਿਹੜੀਆਂ ਖਤਮ ਕਰ ਦਿੱਤੀਆਂ ਗਈਆਂ। ਸੋ ਉਹਦੇ ਤੇ ਅਸੀਂ ਹੁਣ ਕੰਮ ਕਰ ਰਹੇ ਸੀ ਕਿ ਭਾਵੇਂ ਠੀਕ ਹੈ ਇੱਕ ਪਿੰਡ ਛੱਡ ਕੇ ਚਾਹੇ ਬੱਚੇ ਨੂੰ ਅਗਲੇ ਪਿੰਡ ਐਡਮਿਸ਼ਨ ਲੈਣੀ ਪੈ ਜੇ, ਪਰ ਜੋ ਜੀਓਗ੍ਰਾਫੀ ਪੜ੍ਹ ਰਿਹਾ ਘੱਟੋ ਘੱਟ ਜੀਓਗ੍ਰਾਫੀ ਦੇ ਟੀਚਰ ਤੋਂ ਤਾਂ ਪੜ੍ਹੇ ਨਾ, ਉਹ ਇੰਗਲਿਸ਼ ਦੇ ਟੀਚਰ ਤੋਂ ਨਾ ਪੜ੍ਹੇ। ਜੇ ਇੰਗਲਿਸ਼ ਪੜ੍ਹ ਰਿਹਾ ਘੱਟੋ ਘੱਟ ਉਹ ਇੰਗਲਿਸ਼ ਦੇ ਟੀਚਰ ਤੋਂ ਤਾਂ ਨਾ ਪੜ੍ਹੇ, ਉਹਨੂੰ ਕਹਿ ਰਹੇ ਭਾਈ SST ਵਾਲਾ ਇਹਨੂੰ ਇੰਗਲਿਸ਼ ਪੜ੍ਹਾਊਗਾ। ਸੋ ਇਹ ਪਤਾ ਨਹੀਂ ਪਿਛਲੇ ਸਮੇਂ 'ਚ ਜਾਂ ਤਾਂ ਉਹਨਾਂ ਨੇ ਪੈਸੇ ਬਚਾਉਣ ਦੀ ਖਾਤਰ ਇਸ ਤਰ੍ਹਾਂ ਕੀਤਾ ਵੀ ਆਪਾਂ ਪੋਸਟਾਂ ਹੀ ਜਿਹੜੀਆਂ ਖਤਮ ਕਰ ਦਿਓ। ਸੋ ਅਸੀਂ ਇਹ ਹੁਣ ਕਰ ਵੀ ਰਹੇ ਸੀਗੇ, ਪੋਸਟਾਂ ਜਿਹੜੀਆਂ ਦੁਬਾਰਾ ਕ੍ਰੀਏਟ ਕੀਤੀਆਂ ਜਾਣ ਤਾਂ ਕਿ ਜਿਹੜੇ ਸਪੈਸ਼ਲਾਈਜ਼ਡ ਨੇ ਜਿਹੜੇ ਸਬਜੈਕਟ ਦੇ ਉਹੀ ਉਹਨਾਂ ਬੱਚਿਆਂ ਨੂੰ ਪੜ੍ਹਾਉਣ। ਕਿਉਂਕਿ ਸਾਡਾ ਮਤਲਬ ਇਕੱਲੀ ਇਹ ਨਹੀਂ ਵੀ ਬੱਚਿਆਂ ਨੂੰ 10ਵੀਂ 12ਵੀਂ ਕਰਾਉਣੀ ਹੈ। 10ਵੀਂ 12ਵੀਂ ਕਰਨ ਤੋਂ ਬਾਅਦ ਅੱਗੇ ਕੀ ਕਰੂਗਾ? ਜੇ ਉਹਨੇ ਕੁਆਲਿਟੀ ਆਫ ਐਜੂਕੇਸ਼ਨ ਹੀ ਲਈ ਹੋਊਗੀ, ਜੇ ਉਹਨੂੰ ਕਿਸੇ ਮਾਹਰ ਨੇ ਨਹੀਂ ਪੜ੍ਹਾਇਆ ਹੋਊਗਾ, ਠੀਕ ਹੈ ਪਾਸ ਜ਼ਰੂਰ ਹੋ ਜਾਊਗਾ, ਹੈ ਨਾ, ਪਰ ਅੱਗੇ ਉਹਦੇ ਨਾਲ ਕੀ ਕਰੂਗਾ? ਸੋ ਇਹ ਜ਼ਰੂਰਤ ਹੈ ਇਕੱਲੀ ਐਜੂਕੇਸ਼ਨ ਨਹੀਂ, ਕੁਆਲਿਟੀ ਆਫ ਐਜੂਕੇਸ਼ਨ। ਭਾਵੇਂ ਉਹ ਪੰਜਾਬ ਦੇ ਕਿਸੇ ਪੇਂਡੂ ਖੇਤਰ ਦਾ ਬੱਚਾ, ਭਾਵੇਂ ਪੰਜਾਬ ਦੇ ਕਿਸੇ ਲਾਸਟ ਪਿੰਡ, ਮੈਂ ਕਹਿੰਦਾ ਵੀ ਜੋ ਬਿਲਕੁਲ ਰਿਮੋਟ ਏਰੀਆ 'ਚ ਉੱਥੋਂ ਦਾ ਬੱਚਾ, ਭਾਵੇਂ ਕਿਸੇ ਸ਼ਹਿਰ ਦਾ, ਅਸੀਂ ਸਾਰਿਆਂ ਨੂੰ ਚਾਹੁੰਦੇ ਹਾਂ ਵੀ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਹੈ ਉਹ ਮਿਲੇ। ਤੁਸੀਂ ਜਿਹੜੇ ਚੀਜ਼ਾਂ ਦੱਸ ਰਹੇ ਹੋ ਤਾਂ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਸ ਦੇ ਵਿੱਚ ਤਾਂ ਬਹੁਤ ਸੁਧਾਰ ਵਾਲੀ ਜ਼ਰੂਰਤ ਨਜ਼ਰ ਆਉਂਦੀ ਹੈ ਜੋ ਤੁਸੀਂ ਇਸ ਸਮੇਂ ਜ਼ਿਕਰ ਕਰ ਰਹੇ ਹੋ। ਸਾਬਕਾ ਸਰਕਾਰ ਦੇ ਸਮੇਂ ਸਰਵੇ ਦੇ ਵਿੱਚ ਪੰਜਾਬ ਨੰਬਰ 1 ਗੁਰਮੀਤ ਮੀਤ ਖੇਰ ਦੇ ਮੁਤਾਬਿਕ ਕਿੱਥੇ ਸਟੈਂਡ ਕਰਦਾ? ਉਹ ਟਾਪ ਪੋਜੀਸ਼ਨ ਹੈ, ਨਹੀਂ ਹੈ? ਜੇ ਹੈ ਤਾਂ ਕਿੱਥੇ ਹੈ, ਜੇ ਨਹੀਂ ਤਾਂ ਕਿਉਂ? ਦੇਖੋ ਇਹ 'ਚ ਕੋਈ ਇਦਾਂ ਦੀ ਰਾਏ ਨਹੀਂ ਵੀ ਸਾਡੇ ਟੀਚਰਸ ਜਿਹੜੇ ਉਹ ਮਿਹਨਤੀ ਨਹੀਂ ਹੈਗੇ, ਬੜੇ ਮਿਹਨਤੀ ਆ, ਬੜੇ ਅੱਛੇ ਟੀਚਰਸ ਆ। ਕਈ ਸਰਕਾਰੀ ਸਕੂਲ ਇਦਾਂ ਦੇ ਵੀ ਹੈਗੇ ਆ ਜਿੱਥੇ ਲੋਕਲ DCs MLAs ਨੂੰ ਸਿਫਾਰਿਸ਼ ਲਵਾਉਣੀ ਪੈਂਦੀ ਹੈ ਵੀ ਭਾਈ ਇੱਥੇ ਐਡਮਿਸ਼ਨ ਦਿਓ। ਫਾਜ਼ਿਲਕਾ ਦੇ ਇੱਕ ਬਾਰਡਰ ਏਰੀਆ 'ਤੇ ਇੱਦਾਂ ਦਾ ਸਕੂਲ ਹੈ, ਮੈਂ ਉੱਥੇ ਵਿਜ਼ਿਟ ਵੀ ਕਰਕੇ ਆਇਆ। ਪਰ ਜਿਹੜਾ ਨਾ ਪਿਛਲੇ ਸਮੇਂ 'ਚ ਜਿਹੜਾ ਕੋਈ ਆਹ ਨੈਸ ਦਾ ਸਰਵੇ ਆਇਆ ਜਾਂ ਹੋਰ, ਕਿਉਂਕਿ ਪਿਛਲੇ ਸਮੇਂ 'ਚ ਸਾਡੀ ਜਿਹੜੀ ਉਦੋਂ ਦੀ ਸੂਬਾ ਸਰਕਾਰ ਸੀ, ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਆਪੋਜੀਸ਼ਨ 'ਚ ਅਸੀਂ ਐਜੂਕੇਸ਼ਨ ਤੇ ਦਿੱਲੀ 'ਚ ਬਹੁਤ ਅੱਛਾ ਕੰਮ ਕਰ ਰਹੇ ਹਾਂ, ਕੇਵਲ ਨੰਬਰ ਗੇਮ ਦੀ ਖਾਤਰ ਟੀਚਰਸ ਤੇ ਇੰਨਾ ਪ੍ਰੈਸ਼ਰ ਪਾਇਆ ਕਿ ਜੀ ਜਿਵੇਂ ਮਰਜ਼ੀ ਕਰਕੇ ਤੁਸੀਂ ਰਿਜ਼ਲਟ ਜਿਹੜਾ 100% ਲੈ ਕੇ ਆਓ। ਨੈਸ ਦਾ ਜਿਹੜਾ ਉਹਦਾ ਰਿਜ਼ਲਟ ਹੈ ਜਿਹੜਾ ਤੁਸੀਂ ਅੱਛਾ ਲੈ ਕੇ ਆਓ। ਇਹ ਮੇਰੇ ਕੋਈ ਕਹਿਣ ਦੀ ਗੱਲ ਨਹੀਂ, ਮੈਂ ਤਾਂ ਬੜੇ ਟੀਚਰਸ ਨਾਲ ਜਿਹੜੀਆਂ ਮੀਟਿੰਗਸ ਕੀਤੀਆਂ ਨੇ, ਇਹ ਕੋਈ ਮੈਨੂੰ ਗੱਲ ਆਪ ਥੋੜੀ ਪਤਾ ਲੱਗਿਆ, ਮੈਨੂੰ ਟੀਚਰਸ ਨੇ ਦੱਸੀ ਹੈ। ਬਹੁਤ ਸਾਰੇ ਬੱਚਿਆਂ ਦਾ ਪੇਪਰ ਜਿਹੜਾ ਉਹ ਸੀ
ਟੀਚਰਸ ਨੇ ਆਪ ਆਪਣੇ ਮੋਬਾਈਲ 'ਚ ਕੀਤਾ। ਤੁਸੀਂ ਇਹ ਦੇਖੋ ਵੀ ਮੈਨੂੰ ਲੱਗਦਾ ਵੀ ਸਾਡੇ ਸਰਕਾਰੀ ਸਕੂਲਾਂ 'ਚ ਜਿਹੜੇ ਹਾਲਾਤ ਹੈ 50% ਬੱਚੇ ਤਾਂ ਇਦਾਂ ਦੇ, ਕਿਉਂਕਿ ਜ਼ਿਆਦਾਤਰ ਗਰੀਬ ਘਰਾਂ ਦੇ ਬੱਚਾ ਜਿਨ੍ਹਾਂ ਕੋਲੇ ਮੋਬਾਈਲ ਫੋਨ ਹੀ ਹੈ ਨਹੀਂ, ਸਮਾਰਟਫੋਨ ਘਰੇ, ਬਿਲਕੁਲ ਤੇ ਉਹ ਸਾਰਿਆਂ ਦੇ ਪੇਪਰ ਜਿਹੜੇ ਸਾਡੇ ਟੀਚਰਸ ਨੇ ਜਿਹੜੇ ਆਪ ਹੈ ਉਹ ਕੰਡਕਟ ਕੀਤੇ। ਪ੍ਰੈਸ਼ਰ ਇੰਨਾ ਸੀ, ਮੈਂ ਸਾਡਾ ਜਿਹੜਾ ਐਡੂਸੈਟ ਰਾਹੀਂ ਮੈਂ ਸਾਡੇ ਟੀਚਰਸ ਦੀ ਮੀਟਿੰਗ ਲਈ ਮੈਂ ਉਹਦੇ ਵਿੱਚ ਵੀ ਕਿਹਾ, ਮੈਂ ਕਿਹਾ ਵੀ ਇਹਦੇ ਨਾਲ ਆਪਾਂ ਧੋਖਾ ਕਿਹਦੇ ਨਾਲ ਕਰ ਰਹੇ ਹਾਂ। ਅਸੀਂ ਸਾਡੇ, ਕਿਉਂਕਿ ਠੀਕ ਹੈ ਕੋਈ ਸੜਕ ਮਾੜੀ ਬਣ ਗਈ ਉਹਦੇ ਤੇ ਕਾਰਵਾਈ ਹੋ ਸਕਦੀ ਹੈ, ਚਲੋ 5 ਸਾਲਾਂ ਬਾਅਦ ਦੁਬਾਰਾ ਫੇਰ ਬਣ ਜੂ, ਕੋਈ ਬਿਲਡਿੰਗ ਮਾੜੀ ਬਣ ਗਈ ਫੇਰ ਬਣ ਜੂ। ਇਹ ਤਾਂ ਅਸੀਂ ਇੱਕ ਪੀੜ੍ਹੀ ਜਿਹੜੀ ਹੈ ਖਤਮ ਕਰੀ ਜਾ ਰਹੇ ਹਾਂ, ਹੈ ਨਾ। ਜੇ ਅਸੀਂ ਇਸ ਤਰ੍ਹਾਂ ਦਾ ਧੋਖਾ ਕਰਕੇ, ਇੱਕ ਬੇਸਲਾਈਨ ਅਸੈਸਮੈਂਟ ਟੈਸਟ ਹੁੰਦਾ ਹੈਗਾ, ਉਹਦੇ ਨਾਲ ਮਤਲਬ ਕਿ ਆਪਾਂ ਬੱਚਿਆਂ ਦਾ ਟੈਸਟ ਕਰਦੇ ਹਾਂ ਵੀ ਜੀ ਬੱਚੇ ਅੱਜ ਕਿੱਥੇ ਜੇ ਖੜੇ ਆ ਜੀ, ਉਹਦੇ 'ਚ ਇੱਕ ਪੈਟਰਨ ਸੈੱਟ ਕਰ ਲਿਆ ਵੀ ਪਹਿਲਾ ਜਿਹੜਾ ਟੈਸਟ ਹੋਊਗਾ ਉਹਦੇ 'ਚ ਟੀਚਰ 60% ਨੰਬਰ ਦੇ ਦਿੰਦੇ ਸੀ ਕਿਉਂਕਿ ਉੱਪਰੋਂ ਪ੍ਰੈਸ਼ਰ ਸੀ, ਅਗਲੇ 'ਚ 80% ਕਰ ਦਿੰਦੇ ਸੀ, ਉਦੋਂ ਅਗਲੇ 'ਚ 100% ਵੀ ਜੀ ਸਾਰੇ ਬੱਚੇ। ਪਰ ਮੈਂ ਅਰਸ਼ੀ ਬੜੇ ਸਕੂਲ ਦੇ ਵਿੱਚ ਵਿਜ਼ਿਟ ਕੀਤਾ, ਮੈਜੋਰਟੀ ਆਫ ਬੱਚੇ ਇੰਗਲਿਸ਼ ਛੱਡੋ ਪੰਜਾਬੀ ਦੀ ਆਪਦੀ, ਚਾਹੇ ਕਰੋਨਾ ਕਰਕੇ ਹੋਇਆ, ਆਪਦੀ ਬੁੱਕ ਪੜ੍ਹ ਕੇ ਨਹੀਂ ਸੁਣਾ ਸਕਦੇ। ਇੰਗਲਿਸ਼ ਦਾ ਇੱਕ ਪੂਰੀ ਲਾਈਨ ਜਿਹੜੀ ਆ ਬੱਚੇ ਪੜ੍ਹ ਕੇ ਨਹੀਂ ਸੁਣਾ ਸਕਦੇ ਸੀਗੇ। ਤੇ ਅਸੀਂ ਫਿਰ ਕਿਸ ਤਰ੍ਹਾਂ ਕਹਿ ਸਕਦੇ ਹਾਂ ਵੀ ਅਸੀਂ ਨੰਬਰ 1 ਆ? ਠੀਕ ਹੈ ਅਸੀਂ ਹੋਵਾਂਗੇ, ਪਰ ਅਸੀਂ ਸੈਟੀਸਫਾਈ ਨਹੀਂ ਜੋ ਅੱਜ ਲੈਵਲ ਹੈ। ਅਸੀਂ ਇਸ ਨੂੰ ਇੰਪਰੂਵ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਪੜ੍ਹੇ ਆ IIT ਕਲੀਅਰ ਕਰਨ, ਉਹ ਡਾਕਟਰ ਬਣਨ, ਕਿਉਂਕਿ ਸਾਡੇ ਲਈ ਸਾਡਾ ਜਿਹੜਾ ਭਵਿੱਖ ਹੈ, ਸਾਡੇ ਜਿਹੜੇ ਆ ਬੱਚੇ ਆ ਜੋ ਆਪਣੇ ਪੈਰਾਂ ਸਿਰ ਖੜੇ ਹੋਣਗੇ ਤਾਂ ਹੀ ਜਿਹੜਾ ਇਸ ਪੰਜਾਬ ਨੂੰ ਜਿਹੜਾ ਉਹ ਅੱਗੇ ਲੈ ਕੇ ਜਾ ਸਕਦੇ ਆ। ਠੀਕ ਹੈ ਅਸੀਂ ਨੰਬਰ 1 ਆਏ ਆ, ਪਰ ਅਸੀਂ ਸੈਟੀਸਫਾਈ ਨਹੀਂ ਹੈਗੇ ਜੋ ਮੈਂ ਗਰਾਊਂਡ ਤੇ ਜਿਹੜੀ ਰਿਐਲਿਟੀ ਹੈ ਉਹ ਦੇਖੀ ਹੈ। ਜੀ, ਤੁਸੀਂ ਉਸ ਉਮਰ ਦੇ ਵਿੱਚੋਂ ਜਿਸ ਉਮਰ ਦੇ ਵਿੱਚ ਅਜੇ ਯੂਨੀਵਰਸਿਟੀ 'ਚ PhD ਕਰ ਰਹੇ ਹੁੰਦੇ ਨੇ ਸਟੂਡੈਂਟ, ਬਹੁਤ ਸਾਰੇ ਕਰ ਵੀ ਰਹੇ ਨੇ ਇਸ ਵੇਲੇ, ਤੇ ਤੁਸੀਂ ਖੁਦ ਵੀ ਰਹੇ ਹੋ, PG ਦੇ ਵਿੱਚ ਰਹੇ ਹੋ, ਇੱਥੇ ਪੜ੍ਹੇ ਹੋ, ਤੁਸੀਂ ਉਹਨਾਂ ਚੀਜ਼ਾਂ ਨੂੰ ਸ਼ਾਇਦ ਜ਼ਿਆਦਾ ਬਿਹਤਰ ਸਮਝ ਵੀ ਸਕਦੇ ਹੋਵੋਗੇ। ਤਾਂ ਹਾਇਰ ਐਜੂਕੇਸ਼ਨ ਦੇ ਵੱਲ ਜੇ ਅਸੀਂ ਆਈਏ, ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵੀ ਹੈ ਤੁਹਾਡੇ ਕੋਲ ਤੇ ਬੜੇ ਕ੍ਰਾਈਸਿਸ ਦੇ ਵਿੱਚ ਵੀ ਹੈ। ਯੂਨੀਵਰਸਿਟੀਜ਼ ਦੀ ਗੱਲ ਕਰੀਏ, ਚਾਹੇ ਪੰਜਾਬ ਯੂਨੀਵਰਸਿਟੀ ਹੋਏ, ਉਹਦਾ ਮੁੱਦਾ ਚਾਹੇ ਸੈਂਟਰਲਾਈਜੇਸ਼ਨ ਦਾ ਉੱਠਿਆ ਹੋਵੇ, ਲੇਕਿਨ ਬਹੁਤ ਸਾਰੀਆਂ ਸਮੱਸਿਆਵਾਂ ਫੰਡਸ ਨੂੰ ਲੈ ਕੇ ਨੇ। ਉਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੰਜਾਬ ਗਵਰਨਮੈਂਟ ਉਸ ਤਰੀਕੇ ਦੇ ਨਾਲ ਫੰਡਸ ਅਦਾ ਨਹੀਂ ਕਰਦੀ ਜਾਂ ਜਿੰਨੇ ਦਿੱਤੇ ਜਾਣੇ ਚਾਹੀਦੇ ਨੇ, ਜਾਂ ਫਿਰ ਜਿਹੜੇ ਪੇ ਸਕੇਲ ਨੇ ਉਹ ਨਹੀਂ ਦਿੱਤੇ ਜਾ ਰਹੇ। ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹ ਬਹੁਤ ਲੰਬੇ ਸਮੇਂ ਤੋਂ ਕ੍ਰਾਈਸਿਸ ਦੇ ਵਿੱਚ ਹੈ। ਜਿਹੜਾ ਕਰਜ਼ਾ ਹੈ ਜਾਂ ਹੋਰ ਚੀਜ਼ਾਂ ਨੇ, ਇੱਕ ਸਮਾਂ ਸੀ ਜਦੋਂ 100% ਗ੍ਰਾਂਟ ਗਵਰਨਮੈਂਟ ਦਿੰਦੀ ਸੀ, ਹਰ ਸਾਲ ਵਾਅਦੇ ਦੇ ਨਾਲ ਦਿੰਦੀ ਸੀ, ਲੇਕਿਨ ਉਹ ਹੌਲੀ-ਹੌਲੀ ਹੱਥ ਪਿੱਛੇ ਖਿੱਚਿਆ ਗਿਆ ਤੇ ਇਹ ਸ਼ਾਇਦ ਇੱਕ ਵੱਡਾ ਕਾਰਨ ਵੀ ਹੈ ਕਿ ਉਹ ਯੂਨੀਵਰਸਿਟੀ ਕ੍ਰਾਈਸਿਸ ਦੇ ਵਿੱਚ ਹੈ। ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਪਿਛਲੇ 3 ਮਹੀਨੇ ਦੇ ਵਿੱਚ ਤੁਹਾਡੇ ਨੋਟਿਸ ਦੇ ਵਿੱਚ ਕੀ ਕੁਝ ਚੀਜ਼ਾਂ ਆਈਆਂ, ਤੁਸੀਂ ਕਰ ਕੀ ਰਹੇ ਹੋ ਇਸ ਸਭ ਨੂੰ ਲੈ ਕੇ ਜਾਂ ਇਸ ਸਭ ਦੇ ਹੱਲ ਦੇ ਲਈ? ਅਰਸ਼ੀ ਦਾ ਪਿਛਲੇ ਸਮੇਂ 'ਚ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਸੀ ਉਹ ਬੜਾ ਇਗਨੋਰਡ ਰਿਹਾ, ਐਜੂਕੇਸ਼ਨ ਵੀ ਐਂਡ ਸਪੋਰਟਸ ਵੀ, ਤੇ ਸਰਕਾਰਾਂ ਵੱਲੋਂ ਵੀ ਇਹ ਬੜਾ ਇਗਨੋਰਡ ਰਿਹਾ। ਵੀ ਮਤਲਬ ਕਿ ਜਿਹਨੂੰ ਇਹ ਮਿਲਦਾ ਸੀ ਅਧਿਕਾਰੀ ਵੀ ਉਹਨਾਂ ਨੂੰ ਐਂ ਲੱਗਦਾ ਸੀ ਵੀ ਖੂੰਜੇ ਜਿਹੜਾ ਸਾਨੂੰ ਉਹ ਲਾਤਾ। ਮਤਲਬ ਕਿ ਐਜੂਕੇਸ਼ਨ ਲਈ ਜਿਹੜਾ ਬਜਟ ਕੱਢਿਆ ਜਾਂਦਾ ਸੀ ਸਰਕਾਰ ਨੂੰ ਐਂ ਲੱਗਦਾ ਸੀ ਵੀ ਇਹਦਾ ਫਾਲਤੂ ਜਿਹੜਾ ਖਰਚਾ ਹੋ ਰਿਹਾ, ਕਿਉਂਕਿ ਵੋਟ ਬੈਂਕ ਪੋਲਿਟਿਕਸ ਸੀ। ਠੀਕ ਹੈ ਲੋਕਾਂ ਨੂੰ ਆਟਾ ਦਾਲ ਦੇ ਦਿਓ, ਠੀਕ ਹੈ ਲੋਕਾਂ ਨੂੰ ਕੱਚੇ ਮਕਾਨਾਂ ਲਈ ਪੈਸੇ ਦੇ ਦਿਓ ਜਾਂ ਹੋਰ ਜਿਹੜੀਆਂ ਸੋਸ਼ਲ ਵੈਲਫੇਅਰ ਸਕੀਮਸ, ਉਹ ਕੇਵਲ ਤੇ ਕੇਵਲ ਜਿਹੜੀ ਆਪਣੀਆਂ ਵੋਟਾਂ ਦੇ ਲਈ। ਪਰ ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜੇ ਕਿਵੇਂ ਕਰਨਾ, ਉਹਨਾਂ ਨੂੰ ਐਜੂਕੇਟ ਕਿਵੇਂ ਕਰਨਾ, ਇਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ। ਆ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਆਪਾਂ ਗੱਲ ਕਰਦੇ ਹਾਂ, ਤੁਹਾਨੂੰ ਪਤਾ ਵੀ 2007 ਦੇ ਵਿੱਚ ਪੰਜਾਬ ਦੇ ਜਿਹੜੇ ਉਦੋਂ CM ਸੀਗੇ, ਅਗਸਤ ਮਹੀਨੇ ਦੇ ਵਿੱਚ, ਜੇ ਮੈਂ ਗਲਤ ਨਹੀਂ 26 ਅਗਸਤ 2007, ਉਹਨਾਂ ਨੇ ਚਿੱਠੀ ਲਿਖੀ ਸੈਂਟਰ ਸਰਕਾਰ ਨੂੰ ਕਿ ਜੀ ਅਸੀਂ ਤੁਹਾਨੂੰ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਇਹ ਦੇਣ ਦੇ ਲਈ ਤਿਆਰ ਆ, ਸਾਡੇ ਤੋਂ ਤਾਂ NOC ਵਾਪਸ ਵੀ ਲੈਣੀ, ਹਾਂ ਸਾਡੇ ਤੋਂ ਇਹਦਾ ਖਰਚਾ ਜਿਹੜਾ ਉਹ ਚੱਲਿਆ ਨਹੀਂ ਜਾਂਦਾ, NOC ਦੇਤੀ। ਮਤਲਬ ਕਿ ਜਿਹੜੀ ਯੂਨੀਵਰਸਿਟੀ ਸਾਡੀ ਵਿਰਾਸਤ ਹੈ, ਅਸੀਂ ਇਮੋਸ਼ਨਲੀ ਹਿਸਟੋਰੀਕਲੀ ਜਿਹਦੇ ਨਾਲ ਅਟੈਚਡ ਆ, ਉਦੋਂ ਬਿਨਾਂ ਵੀ ਮਤਲਬ ਕਿ ਐਡੀ ਵੱਡੀ ਸੰਸਥਾ ਹੈ ਨਾ, ਤੁਸੀਂ ਉਹਨੂੰ ਸਿਰਫ ਪੈਸਿਆਂ ਦੀ ਖਾਤਰ, ਮਤਲਬ ਕਿ ਜੋ ਉਹਦੇ ਤੇ ਸਾਰਾ ਇਹ 40% ਅਸੀਂ ਦੇ ਰਹੇ ਹਾਂ, ਉਹਦੀ ਖਾਤਰ ਤੁਸੀਂ ਉਹ ਕਹਿ ਵੀ ਸੈਂਟਰ ਸਰਕਾਰ ਹੈ ਜਿਹੜੀ ਆ ਉਹ ਲੈ ਲੇ। ਉਦੋਂ ਫਿਰ ਬੜੇ ਜਿਹੜੇ ਕਹਿ ਲਓ ਵੀ ਚਿੰਤਤ ਜਿਹੜੇ ਲੋਕ ਹੈ, ਜਿਹੜੇ ਲੇਖਕ ਹੈ, ਉਹਨਾਂ ਨੇ ਲਾਹਨਤਾਂ ਪਾਈਆਂ ਸਰਕਾਰ ਨੂੰ, ਉਦੋਂ ਦੇ CM ਸਾਹਿਬ ਨੂੰ। ਫਿਰ ਉਹਨਾਂ ਨੇ ਚਿੱਠੀ ਜਿਹੜੀ ਹੈ NOC ਜਿਹੜੀ ਹੈ ਉਹ ਵਾਪਸ ਲਈ, ਕਿਉਂਕਿ ਉਹ ਪ੍ਰਾਇਓਰਟੀ ਨਹੀਂ ਸੀ ਜਿਹੜੀ ਇਹ ਐਜੂਕੇਸ਼ਨ ਹੈ। ਪਿਛਲੇ ਸਮੇਂ 'ਚ ਜਿਹੜਾ ਪੰਜਾਬੀ ਯੂਨੀਵਰਸਿਟੀ ਵੀ ਇਹ ਕੋਈ ਇੱਕ ਦਿਨ 'ਚ ਥੋੜੀ ਘੱਟ ਚਲੀ ਗਈ, ਬਿਲਕੁਲ ਇਹਨੂੰ ਸਮਾਂ ਲੱਗਿਆ। ਕੋਈ ਉੱਥੇ ਜਿਹੜੇ ਲੋਕ ਸੀ ਉਹਨਾਂ ਨੇ ਵੀ ਧਿਆਨ ਨਹੀਂ ਦਿੱਤਾ, ਸਰਕਾਰ ਨੇ ਵੀ ਧਿਆਨ ਦਿੱਤਾ, ਹੋ ਸਕਦਾ ਉੱਥੇ ਕਰਪਸ਼ਨ ਵੀ ਹੋਈ ਹੋਵੇ, ਪਰ ਉਦੋਂ ਬਿਨਾਂ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ, ਕਿਉਂਕਿ ਸਰਕਾਰ ਲਈ ਐਜੂਕੇਸ਼ਨ ਪ੍ਰਾਇਓਰਟੀ ਨਹੀਂ ਸੀ। ਜਿਹੜੀ ਐਡੀ ਵੱਡੀ ਸੰਸਥਾ, ਸਾਡਾ ਮਾਲਵੇ ਦੇ ਜਿਹੜੇ ਕੋਈ ਪੇਂਡੂ ਬੱਚੇ ਆ ਸਾਰੇ ਉਹ ਪੰਜਾਬੀ ਯੂਨੀਵਰਸਿਟੀ ਤੋਂ
ਪੜ੍ਹਦੇ ਆ। ਮੇਰਾ ਏਰੀਆ ਜਿਹੜੇ ਬਹੁਤ ਸਾਰੇ ਉਸ ਕਿਸਮ ਨਾਲ ਹਾਇਰ ਐਜੂਕੇਸ਼ਨ ਅਫੋਰਡ ਵੀ ਨਹੀਂ ਕਰ ਸਕਦੇ, ਅਫੋਰਡ ਵੀ ਨਹੀਂ ਕਰ ਸਕਦੇ। ਬਰਨਾਲਾ, ਸੰਗਰੂਰ ਆ ਸਾਰਾ, ਬਠਿੰਡਾ, ਮਾਨਸਾ ਸਾਰਾ ਏਰੀਆ ਹੈ ਜਿਹੜੇ ਪਿੰਡੂ ਬੱਚੇ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹਦੇ ਆ। ਤੇ ਮਤਲਬ ਕਿ ਉਹ ਯੂਨੀਵਰਸਿਟੀ ਨੇ ਕਿੱਡੇ ਕਿੱਡੇ ਜਿਹੜੇ ਮਹਾਨ ਲੋਕ ਨੇ ਉੱਥੋਂ ਪੈਦਾ ਕੀਤੇ, ਪਰ ਉਹ ਯੂਨੀਵਰਸਿਟੀ ਅੱਜ ਤੁਸੀਂ ਦੇਖੋ ਵੀ 150 ਕਰੋੜ ਦੇ ਘਾਟੇ ਚਲੀ ਗਈ। ਉਹਦੇ ਵਾਸਤੇ ਬਜਟ ਨਹੀਂ ਰੱਖਿਆ ਜਾਂਦਾ ਸੀ। ਇਹ ਪਹਿਲੀ ਵਾਰ ਹੋਇਆ ਕਿ 114 ਕਰੋੜ ਤੋਂ ਵਧਾ ਕੇ 200 ਕਰੋੜ ਤੋਂ ਉੱਪਰ ਦਾ ਜਿਹੜਾ ਬਜਟ ਹੈ ਉਹ ਮਾਨ ਸਾਹਿਬ ਦੀ ਸਰਕਾਰ ਨੇ ਰੱਖਿਆ। ਤੇ ਪਹਿਲੀ ਵਾਰੀ ਹੋਇਆ ਕਿ ਸਰਕਾਰ ਬਣਦੇ ਸਾਰ ਕੋਈ ਮੁੱਖ ਮੰਤਰੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਿਜ਼ਿਟ ਕਰਦਾ ਹੈ। ਨਹੀਂ ਆਮ ਤੌਰ ਤੇ ਨਾ ਜਦੋਂ ਸਰਕਾਰਾਂ ਜਾਣ ਵਾਲੀਆਂ ਹੁੰਦੀਆਂ ਉਦੋਂ ਫਿਰ ਮੁੱਦੇ ਯਾਦ ਆਉਂਦੇ ਆ। ਉਦੋਂ ਸਾਡੇ ਸਾਬਕਾ ਮੁੱਖ ਮੰਤਰੀ ਵੀ ਉੱਥੇ ਯੂਨੀਵਰਸਿਟੀ ਜਾ ਕੇ ਆਏ ਸੀ, ਵੱਡੇ ਵੱਡੇ ਐਲਾਨ ਵੀ ਕੀਤੇ, ਪਰ ਪਹਿਲੀ ਵਾਰ ਹੋਇਆ ਕੋਈ ਮੁੱਖ ਮੰਤਰੀ ਸਰਕਾਰ ਬਣਦੇ ਪਹਿਲੇ ਮਹੀਨੇ ਯੂਨੀਵਰਸਿਟੀ ਗਏ, ਉੱਥੇ ਕਿਹਾ ਵੀ ਭਾਈ ਇਹਨੂੰ ਯੂਨੀਵਰਸਿਟੀ ਨੂੰ ਅਸੀਂ ਘੱਟ ਚੋਂ ਕੱਢਣਾ, ਤੇ ਸਾਲਾਨਾ ਜਿਹੜੀ ਕਿਸ਼ਤ ਵੀ ਉਹਨਾਂ ਦੀ ਵਧਾਈ ਹੈ। ਤੇ ਹੁਣ ਵੀ ਸੀਐਮ ਸਾਹਿਬ ਨੇ ਕਿਹਾ ਕਿ ਜਿਹੜਾ ਯੂਨੀਵਰਸਿਟੀ ਦਾ ਲੋਨ ਵੀ ਹੈ, ਜੋ ਉਹਨਾਂ ਦਾ ਕਰਜ਼ ਵੀ ਹੈ, ਉਹ ਵੀ ਅਸੀਂ ਲਾਵਾਂਗੇ, ਕਿਉਂਕਿ ਨਾ ਉਹਨਾਂ ਨੇ ਜੇ ਅਸੀਂ ਸਰਕਾਰ ਨੇ ਲੋਨ ਲੈਣਾ ਉਹ ਬੜੇ ਘੱਟ ਰੇਟ ਤੇ ਸਾਨੂੰ ਮਿਲਦਾ, ਤੇ ਯੂਨੀਵਰਸਿਟੀ ਨੇ ਵਿਚਾਰੀ ਨੇ ਜਦੋਂ ਸਰਕਾਰ ਨੇ ਕੋਈ ਬਾਂਹ ਨਹੀਂ ਫੜੀ ਬੜੇ ਮਹਿੰਗੇ ਇੰਟਰਸਟ ਤੇ ਜਿਹੜਾ ਲੋਨ ਹੈ ਉਹ ਲਿਆ ਹੋਇਆ। ਸੋ ਸਰਕਾਰ, ਮੁੱਖ ਮੰਤਰੀ ਸਾਹਿਬ ਨੇ ਕਮਿਟਮੈਂਟ ਵੀ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਕਰਜ਼ ਵੀ ਜਿਹੜਾ ਉਹ ਲਾਇਆ ਜਾਊਗਾ, ਕਿਉਂਕਿ ਪੰਜਾਬੀ ਯੂਨੀਵਰਸਿਟੀ ਚਾਹੇ ਪੰਜਾਬ ਹੈ, ਜੋ ਵੀ ਵਿਦਿਅਕ ਸੰਸਥਾਵਾਂ ਨੇ ਸਾਡੀ ਉਹ ਪ੍ਰਾਇੋਰਟੀ ਹੈ, ਕਿਉਂਕਿ ਜੇ ਉਹਨਾਂ ਨੂੰ ਬਚਾਵਾਂਗੇ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਬਚਣਗੀਆਂ। ਮੈਂ ਇੱਕ ਵਾਰੀ ਸਕੂਲ ਐਜੂਕੇਸ਼ਨ ਤੇ ਵਾਪਸ ਆ ਰਿਹਾ ਹਾਂ। ਦੇਖੋ ਸਰਕਾਰ ਹੈ, ਮੰਤਰਾਲੇ ਨੇ, ਵੱਖ-ਵੱਖ ਹੈ ਤਾਂ ਟੀਮ ਗੇਮ, ਇੰਡੀਵਿਜੂਅਲ ਤੌਰ ਦੇ ਉੱਤੇ ਕੋਈ ਕੁਝ ਨਹੀਂ ਕਰ ਸਕਦਾ, ਪਰ ਜਿਹੜੇ ਟੀਚਰਸ ਨੇ ਉਹਨਾਂ ਦੇ ਲਈ ਕੀ ਪਾਲਿਸੀ ਹੈ ਸਰ ਤੁਹਾਡੇ ਕੋਲ? ਤੁਸੀਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਘੁੰਮੇ ਹੋ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਤੱਕ ਵੀ ਗੱਲ ਪਹੁੰਚੀ ਹੋਏਗੀ ਜੇ ਸਾਡੇ ਤੱਕ ਪਹੁੰਚੀ ਹੈ। ਇੱਕ ਤਾਂ ਟੀਚਰ ਕਲੈਰੀਕਲ ਵਰਕ ਤੋਂ ਬੜੇ ਔਖੇ ਹੈ, ਇੱਕ ਟੀਚਰ ਜਿਹੜੇ ਸੈਮੀਨਾਰ ਲੱਗਦੇ ਨੇ ਇਹਨਾਂ ਤੋਂ ਬਹੁਤ ਔਖੇ ਹੈ, ਹੁਣ ਤੁਸੀਂ ਕਹਿ ਸਕਦੇ ਹੋ ਕਿ ਲਗਾਉਣੇ ਪੈਣੇ ਆ। ਇੱਕ ਟੀਚਰ ਲਗਾਤਾਰ ਜਿਹੜੇ ਡੈਪੂਟੇਸ਼ਨ ਦੇ ਉੱਤੇ ਭੇਜ ਦਿੱਤੇ ਜਾਂਦੇ ਨੇ, ਬਦਲੀਆਂ ਨੂੰ ਲੈ ਕੇ ਵੀ ਬੜੇ ਔਖੇ ਨੇ। ਇਹ ਤੁਸੀਂ ਵੀ ਮਹਿਸੂਸ ਕੀਤੀ ਗੱਲ ਜਦੋਂ ਸਕੂਲਾਂ ਦੇ ਵਿੱਚ ਘੁੰਮੇ? ਦੇਖੋ ਇਹ ਸਾਰੇ ਅਲੱਗ-ਅਲੱਗ ਮੁੱਦੇ ਨੇ। ਟੀਚਰਸ ਨੂੰ ਪਹਿਲਾਂ ਹੀ ਸੀਐਮ ਸਾਹਿਬ ਸਾਰੇ ਸਾਡੇ ਪ੍ਰਿੰਸੀਪਲਸ ਨੂੰ, ਹੈੱਡਮਾਸਟਰਸ ਨੂੰ ਬੁਲਾ ਕੇ ਤੇ ਇਦੋਂ ਪਹਿਲਾਂ ਵੀ ਬੜੇ ਆਪਣੇ ਭਾਸ਼ਣਾਂ 'ਚ ਕਹਿ ਚੁੱਕੇ ਆ ਕਿ ਅਸੀਂ ਜਿਹੜਾ ਨਾਨ ਟੀਚਿੰਗ ਦਾ ਜਿਹੜਾ ਬੋਝ ਆ ਟੀਚਰਸ ਤੇ ਉਹ ਅਸੀਂ ਘਟਾਵਾਂਗੇ, ਇਹਨੂੰ ਹਟਾਵਾਂਗੇ। ਤੇ ਇਹਦੇ ਲਈ ਇਸ 123 ਕਰੋੜ ਜਿਹੜੀ ਅਸੀਂ ਪ੍ਰੋਵੀਜ਼ਨ ਰੱਖੀ ਆ ਕਿ ਸਕੂਲ ਦੀ ਮੇਨਟੇਨੈਂਸ ਲਈ, ਸਾਫ਼ ਸਫਾਈ ਲਈ ਅਸੀਂ 123 ਕਰੋੜ ਰੁਪਇਆ ਰੱਖਿਆ। ਤੇ ਦੂਸਰਾ ਟੀਚਰਸ ਦੀ ਜਿਹੜੀ ਕਪੈਸਿਟੀ ਬਿਲਡਿੰਗ ਦੇ ਲਈ, ਕਿਉਂਕਿ ਜੇ ਕੁਆਲਿਟੀ ਆਫ ਐਜੂਕੇਸ਼ਨ ਦੇਣੀ ਹੈ ਤਾਂ ਪਹਿਲਾਂ ਤੁਹਾਨੂੰ ਟੀਚਰਸ ਦੀ ਜਿਹੜੀ ਕਪੈਸਿਟੀ ਬਿਲਡਿੰਗ ਕਰਨੀ ਪਊਗੀ। ਉਹਦੇ ਲਈ ਅਸੀਂ ਚਾਹੇ ਜਿਹੜੇ ਸਾਡੇ ਕੋਈ ਇੱਥੇ ਅੱਛੇ ਇੰਸਟੀਚਿਊਟ ਨੇ ਉੱਥੋਂ ਵੀ ਅਸੀਂ ਟ੍ਰੇਨਿੰਗ ਕਰਵਾਵਾਂਗੇ, ਤੇ ਅਸੀਂ ਉਹਦੇ ਲਈ ਪ੍ਰੋਵੀਜ਼ਨ ਵੀ ਰੱਖੀ ਹੈ ਕਿ 30 ਕਰੋੜ ਰੁਪਇਆ ਅਸੀਂ ਬਜਟ ਦੇ ਵਿੱਚ ਰੱਖਿਆ। ਜੇ ਸਾਨੂੰ ਬਾਹਰਲੇ ਕਿਸੇ ਦੇਸ਼ ਨਾਲ ਟਾਈ ਅਪ ਕਰਨਾ ਪਿਆ, ਹੁਣ ਅਸੀਂ ਰੀਸੈਂਟਲੀ ਅਮਰੀਕਨ ਐਮਬੈਸੀ ਦੇ ਨਾਲ ਵੀ ਇੱਕ ਦੋ ਮੀਟਿੰਗਸ ਜਿਹੜੀਆਂ ਕੀਤੀਆਂ ਨੇ, ਉਹਨਾਂ ਦੇ ਨਾਲ ਆਉਣ ਵਾਲੇ ਸਮੇਂ 'ਚ MOU ਜਿਹੜਾ ਸਾਈਨ ਅਸੀਂ ਕਰਨ ਜਾ ਰਹੇ ਹਾਂ ਕਿ ਇੰਗਲਿਸ਼ ਟੀਚਰਸ ਨੂੰ ਟ੍ਰੇਨ ਕਰਨ ਦੇ ਲਈ, ਉਹਦੇ ਲਈ ਵੀ ਅਲੱਗ ਤੋਂ ਪ੍ਰੋਵੀਜ਼ਨ ਰੱਖੀ ਹੈ। ਤੇ ਦੂਸਰਾ ਜਿੱਥੇ ਤੱਕ ਰਿਹਾ ਦੇਖੋ ਬਦਲੀਆਂ ਦੀ ਗੱਲ, ਦੇਖੋ ਗੌਰਵ ਜੀ, ਬੀਇੰਗ ਐਜੂਕੇਸ਼ਨ ਮਿਨਿਸਟਰ ਜਿਹੜਾ ਚਲੋ ਮੇਰੇ ਕੋਲ ਹਾਇਰ ਹੈ ਜਦੋਂ ਸਕੂਲ ਸੀ, ਸਰਕਾਰ ਦੀ ਪ੍ਰਾਇੋਰਟੀ ਜਿਹੜੀ ਇਹ ਹੈ ਕਿ ਬੱਚਿਆਂ ਨੂੰ ਸਿੱਖਿਆ ਪ੍ਰੋਵਾਈਡ ਕਰਨੀ। ਅਸੀਂ ਟੀਚਰ ਇਸ ਕਰਕੇ ਰੱਖਦੇ ਹਾਂ ਕਿਉਂਕਿ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਲਈ ਟੀਚਰ ਨੇ। ਹੁਣ ਅਸੀਂ 6535 ETT ਟੀਚਰਸ ਦੀ ਭਰਤੀ ਕਰੀ ਹੈ। ਹੁਣ ਜੇ ਬਾਰਡਰ ਏਰੀਏ ਦੇ ਵਿੱਚ ਟੀਚਰ ਨਹੀਂ ਤਾਂ ਅਸੀਂ ਉੱਥੋਂ ਹੀ ਰੱਖਣੇ ਆ ਨਾ, ਉਹ ਜਿੱਥੋਂ ਦੇ ਮਰਜ਼ੀ ਹੋਣ। ਅਸੀਂ ਤਾਂ ਇਹ ਦੇਖਣਾ ਨਾ ਵੀ ਸਕੂਲ ਦੇ ਬੱਚਿਆਂ ਨੂੰ ਟੀਚਰ ਦੇਣੇ ਆ। ਇਹ ਤਾਂ ਦੇਖੋ ਸਰਕਾਰੀ ਨੌਕਰੀ ਹੈ, ਇਹ ਤਾਂ ਦੇਖੋ ਐਡਜਸਟਮੈਂਟ ਜਿਹੜੀ ਸੈਕਰੀਫਾਈਸ ਹੈ ਜਿਹੜਾ ਉਹ ਥੋੜਾ ਬਹੁਤ ਜਿਹੜਾ ਕਰਨਾ ਪਊ। ਹੁਣ ਤਰਨਤਾਰਨ ਜ਼ਿਲ੍ਹੇ ਦੇ ਟੀਚਰ ਜਿਹੜੇ ਉੱਥੋਂ ਏਰੀਏ ਦੇ ਕਿਉਂ ਨਹੀਂ ਆ ਰਹੇ? ਕਿਉਂਕਿ ਬੈਕਵਰਡ ਏਰੀਆ, ਉੱਥੇ ਲੋਕ ਆ ਜਿਹੜੇ ਪੜ੍ਹੇ ਲਿਖੇ ਨਹੀਂ। ਜੇ ਅੱਜ ਵੀ ਉੱਥੋਂ ਦੇ ਬੱਚਿਆਂ ਨੂੰ ਅਸੀਂ ਟੀਚਰ ਨਹੀਂ ਦੇਵਾਂਗੇ, ਉਹ ਆਉਣ ਵਾਲੇ 20 ਸਾਲਾਂ ਤੱਕ ਫੇਰ ਬੈਕਵਰਡ ਰਹਿ ਜਾਣਗੇ, ਫੇਰ ਉੱਥੋਂ ਟੀਚਰ ਨਹੀਂ ਪੈਦਾ ਹੋਣਗੇ। ਅਸੀਂ ਕਹਿਣਾ ਵੀ ਉੱਥੇ ਇੰਨੇ ਕੁ ਟੀਚਰ ਦੇ ਦਈਏ ਵੀ ਆਉਣ ਵਾਲੇ 20 ਸਾਲ ਤੱਕ ਕਿਸੇ ਫਾਜ਼ਿਲਕਾ ਕਿਸੇ ਹੋਰ ਜ਼ਿਲ੍ਹੇ ਵਾਲ ਨੂੰ ਉੱਥੇ ਜਾ ਕੇ ਪੜ੍ਹਾਉਣ ਦੀ ਜ਼ਰੂਰਤ ਹੀ ਨਾ ਪਵੇ, ਫਾਜ਼ਿਲਕਾ ਦੇ ਟੀਚਰ ਜਿਹੜੇ ਉੱਥੋਂ ਭਰਤੀ ਹੋਣ ਲੱਗ ਜਾਣ। ਸੋ ਸਾਡੀ ਕੋਈ ਟੀਚਰਸ ਨਾਲ ਦੁਸ਼ਮਣੀ ਨਹੀਂ, ਸਾਡੇ ਨੇਸ਼ਨ ਬਿਲਡਰ ਨੇ। ਪਰ ਥੋੜਾ ਜਿਹਾ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਸਾਰੇ ਸਾਡੇ ਟੀਚਰ ਸਤਿਕਾਰਯੋਗ ਨੂੰ ਮੈਂ ਕਹਿਣਾ ਚਾਹੁੰਦਾ, ਕੱਲ ਵੀ ਮੈਂ ਕੁਝ ਟੀਚਰ ਜਿਹੜੇ ਨਵੀਂ ਭਰਤੀ ਵਾਲੇ ਬੁਲਾਏ ਸੀ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਮਨ ਲਗਾ ਕੇ ਜਿਹੜਾ ਵੀ ਸਟੇਸ਼ਨ ਮਿਲਦਾ, ਕਿਉਂਕਿ 3 ਕਰੋੜ ਦੀ ਆਬਾਦੀ 'ਚ ਕੁਝ ਖੁਸ਼ਕਿਸਮਤ ਲੋਕ ਹੀ ਹੈ ਜਿਨ੍ਹਾਂ ਨੂੰ ਨੌਕਰੀ ਮਿਲਦੀ ਹੈ, ਤੇ ਟੀਚਰ ਵਾਲੀ ਨੌਕਰੀ ਖਾਸ ਤੌਰ ਤੇ ਜਿਹੜੀ ਪ੍ਰਾਇਮਰੀ ਵਾਲੀ, ਉਹ ਤਾਂ ਮੈਂ ਕਹਿਣਾ ਵੀ ਉਦੋਂ ਵੀ ਵੱਡੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਤੁਸੀਂ ਇਸ ਪੰਜਾਬ ਦਾ, ਇਸ ਦੇਸ਼ ਦਾ ਭਵਿੱਖ ਬਦਲਣ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਤੁਸੀਂ ਕਰਨਾ। ਕਿਉਂਕਿ ਜਿਹੜੇ ਉਹਨਾਂ ਕੋਲੇ ਬੱਚੇ ਆਉਣੇ ਆ ਉਹ ਇੱਕ ਸਾਫ਼ ਸਲੇਟ ਦੀ ਤਰ੍ਹਾਂ ਹੋਣੇ ਆ, 3-3 ਸਾਲ ਦੇ, 3.5-4-4 ਸਾਲ ਦੇ।
ਉਹਦੇ ਤੇ ਮੈਂ ਕੱਲ ਵੀ ਉਹਨਾਂ ਨੂੰ ਕਿਹਾ ਕਿ ਜਿਹੜਾ ਕੁਝ ਤੁਸੀਂ ਮਰਜ਼ੀ ਲਿਖ ਲਿਓ, ਤੁਸੀਂ ਆਪਦੇ ਪੰਜਾਬ ਦਾ ਜਿਹੜਾ ਭਵਿੱਖ ਲਿਖਣਾ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਸਟੇਸ਼ਨ ਮਿਲਦਾ ਤੁਸੀਂ, ਕਿਉਂਕਿ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੈ, ਬਦਲੀ ਹੋਣੀ ਨਹੀਂ, ਮਨ ਲਗਾ ਕੇ ਪੰਜਾਬ ਦਾ ਭਵਿੱਖ ਬਦਲਣ ਦੇ ਲਈ ਉਹਨਾਂ ਬੱਚਿਆਂ ਨੂੰ ਜਿਹੜਾ ਤੁਸੀਂ ਐਜੂਕੇਟ ਕਰੋ, ਉਹਨਾਂ ਨੂੰ ਪੜ੍ਹਾਓ। ਆਉਣ ਵਾਲੇ ਸਮੇਂ 'ਚ ਠੀਕ ਹੈ, ਜਦੋਂ ਨਵੀਂ ਭਰਤੀ ਕਰਾਂਗੇ ਉਦੋਂ ਤੁਹਾਨੂੰ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਹੋਮ ਡਿਸਟ੍ਰਿਕਟ ਹੈ ਮਿਲ ਜੇ, ਪਰ ਜਿੰਨਾ ਟਾਈਮ ਜਿਹੜੇ ਸਟੇਸ਼ਨ ਤੇ ਹੋ ਉਹਨਾਂ ਟਾਈਮ ਬਦਲੀਆਂ ਪਿੱਛੇ ਭੱਜ ਕੇ, ਸਿਫਾਰਸ਼ਾਂ ਪਿੱਛੇ ਭੱਜ ਕੇ, ਇਹ ਛੱਡ ਕੇ ਜਿਹੜੀ ਜ਼ਿੰਮੇਵਾਰੀ ਲਈ ਸਰਕਾਰ ਨੇ ਤੁਹਾਨੂੰ ਰੱਖਿਆ ਬੱਚਿਆਂ ਨੂੰ ਪੜ੍ਹਾਉਣ ਲਈ, ਉਹਦੇ ਵੱਲ ਜਿਹੜਾ ਧਿਆਨ ਉਹ ਦੇਣਾ ਚਾਹੀਦਾ। ਤੁਸੀਂ ਇੱਕ ਤਾਂ ਖਬਰ ਦੇ ਰਹੇ ਹੋ ਕਿ ਮੈਂ ਸੈਮੀਨਾਰ ਦਾ ਜ਼ਿਕਰ ਕੀਤਾ ਸੀ, ਹੁਣ ਕਿਸੇ ਨੂੰ ਨਾਭੇ ਵਾਲੇ ਨੂੰ ਪਟਿਆਲਾ ਜਾਣਾ ਪੈ ਜਾਵੇ, ਕਿਸੇ ਖੰਨੇ ਵਾਲੇ ਨੂੰ ਲੁਧਿਆਣਾ ਜਾਣਾ ਪੈ ਜਾਵੇ, ਉਹਦੇ ਵਿੱਚ ਦਿੱਕਤ ਹੋ ਸਕਦੀ ਹੈ। ਹੁਣ ਕਿਸੇ ਨੂੰ ਅਮਰੀਕਾ ਭੇਜੋ ਤੁਸੀਂ, ਕਿਸੇ ਨੂੰ ਦਿੱਕਤ ਨਹੀਂ ਹੋਣੀ। ਤੇ ਤੁਸੀਂ ਖਬਰ ਇਹ ਦੇ ਰਹੇ ਹੋ ਕਿ ਸਭ ਤੋਂ ਪਹਿਲਾਂ ਅਮਰੀਕਾ ਜਾ ਸਕਦੇ ਨੇ ਟੀਚਰ, ਔਰ ਇੰਗਲਿਸ਼ ਵਾਲੇ ਪਹਿਲੇ ਨੰਬਰ ਤੇ ਹੋਣਗੇ। ਇਹ ਮੈਂ ਹਾਂ, ਇਹ ਸਾਡੀ ਆਲਰੇਡੀ ਜਿਹੜਾ ਇਨ ਪ੍ਰੋਸੈਸ ਹੈ। ਅਮਰੀਕਨ ਐਮਬੈਸੀ ਦੇ ਨਾਲ ਅਸੀਂ 2 ਮੀਟਿੰਗਸ ਵੀ ਕਰ ਚੁੱਕੇ ਹਾਂ। ਉਹ ਇੱਥੇ ਆ ਕੇ ਵੀ ਮਤਲਬ ਕਿ ਟ੍ਰੇਨ ਕਰਨਗੇ, ਇੱਥੋਂ ਵੀ ਉੱਥੇ ਜਾਣਗੇ। ਕਈ ਦਰਸ਼ਕ ਤੁਹਾਨੂੰ ਦੇਖ ਰਹੇ, ਨਹੀਂ ਇਹ ਗੱਲ ਗਲਤ ਹੈ, ਨਹੀਂ ਅਸੀਂ ਜਾਵਾਂਗੇ। ਨਹੀਂ, ਇੱਥੋਂ ਵੀ ਜਾਣਗੇ ਟੀਚਰ। ਤੁਹਾਡੇ ਕੋਲ ਸਪੋਰਟਸ ਡਿਪਾਰਟਮੈਂਟ ਵੀ ਹੈ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਤਾਂ ਪਹਿਲਾਂ ਹੀ ਕਰ ਚੁੱਕੇ ਹੋ, ਖਾਸ ਕਰਕੇ ਵਿਧਾਨ ਸਭਾ 'ਚ ਕਿ ਗਰਾਊਂਡਸ ਜਾਂ ਫੈਸਿਲਿਟੀਜ਼ ਉਸ ਤਰੀਕੇ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਉਸ ਤੇ। ਲੇਕਿਨ ਕਈ ਚੀਜ਼ਾਂ ਹੁੰਦੀਆਂ ਨੇ, ਜਿਵੇਂ ਬਹੁਤ ਸਾਰੇ ਜਦੋਂ ਓਲੰਪਿਕਸ ਦੇ ਵਿੱਚ ਚਲੇ ਜਾਂਦੇ ਨੇ, ਨਾਮ ਹੋ ਜਾਂਦਾ ਹੈ, ਤਾਂ ਸਰਕਾਰਾਂ ਬਹੁਤ ਸਾਰਾ ਉਹਨਾਂ ਨੂੰ ਪੈਸਾ ਦਿੰਦੀਆਂ ਨੇ, ਇਨਾਮ ਦਿੰਦੀਆਂ ਨੇ, ਲੇਕਿਨ ਜਦੋਂ ਇੱਥੇ ਹੁੰਦੇ ਨੇ ਉਸ ਕਿਸਮ ਦਾ ਧਿਆਨ ਨਹੀਂ ਹੁੰਦਾ। ਚਾਹੇ ਉਹ ਨਿਊਟ੍ਰੀਸ਼ਨ ਦੀ ਗੱਲ ਹੋਏ, ਚਾਹੇ ਬਹੁਤ ਸਾਰੇ ਬਰਨਾਲੇ ਇਲਾਕੇ ਦੇ, ਸੰਗਰੂਰ ਇਲਾਕੇ ਦੇ, ਉਹ ਜੇ ਅਸੀਂ ਚੈਨਲ ਤੇ ਵੀ ਕਈ ਵਾਰੀ ਸਟੋਰੀਜ਼ ਦਿਖਾਉਂਦੇ ਆ ਕਿ ਉਹ ਨਾਮ ਵੀ ਕਰ ਆਉਂਦੇ ਨੇ ਲੇਕਿਨ ਫਿਰ ਵੀ ਆ ਕੇ ਖੇਤਾਂ 'ਚ ਦਿਹਾੜੀ ਕਰ ਰਹੇ ਨੇ। ਤਾਂ ਇਹ ਸਭ ਨੂੰ ਲੈ ਕੇ ਕੀ ਪਲਾਨ? ਦੇਖੋ ਅਰਸ਼ੀ, ਜੇ ਤਾਂ ਕੋਈ ਮੈਡਲ ਜਿੱਤ ਕੇ ਆ ਜੇ ਇਲੈਕਸ਼ਨ ਈਅਰ 'ਚ, ਫਿਰ ਤਾਂ ਘਰ ਨੋਟਾਂ ਨਾਲ ਭਰ ਦਿੰਦੀਆਂ ਸਾਡੀਆਂ ਸਰਕਾਰਾਂ, ਬੜਾ ਕੁਝ ਦੇ ਦਿੰਦੀਆਂ, ਹਨਾ। ਤੇ ਜੇ ਕੋਈ ਵੈਸੇ ਇਲੈਕਸ਼ਨ ਤੋਂ ਮਹੀਨੇ 2 ਮਹੀਨੇ ਬਾਅਦ ਮੈਡਲ ਲਿਆਵੇ, ਫਿਰ ਉਹਦੇ ਲਈ ਕੁਝ ਨਹੀਂ। ਪਿਛਲੇ ਸਮੇਂ 'ਚ ਇਦਾਂ ਹੀ ਹੁੰਦਾ ਰਿਹਾ। ਮੈਂ ਵਿਧਾਨ ਸਭਾ 'ਚ ਵੀ ਬੋਲਿਆ, ਕਿਉਂਕਿ ਹਜੇ ਤੱਕ ਅਸੀਂ ਕੋਈ ਅੱਛੀ ਸਪੋਰਟਸ ਪਾਲਿਸੀ ਨਹੀਂ ਤਿਆਰ ਕੀਤੀ ਵੀ ਭਾਈ ਜੇ ਕੋਈ ਨੈਸ਼ਨਲ 'ਚੋਂ ਮੈਡਲ ਲੈ ਕੇ ਆ ਰਿਹਾ ਉਹਨੂੰ ਕੀ ਦੇਣਾ, ਕੋਈ ਇੰਟਰਨੈਸ਼ਨਲ 'ਚੋਂ ਮੈਡਲ ਲੈ ਕੇ ਆ ਰਿਹਾ ਉਹਨੂੰ ਕੀ ਦੇਣਾ। ਅਸੀਂ ਪਿਛਲੇ 5 ਸਾਲ ਬੜੇ ਧਰਨੇ ਲਾਉਂਦੇ ਰਹੇ ਹਾਂ। ਸਾਡੇ ਪੰਜਾਬ ਦੇ ਬੱਚੇ ਇੱਥੋਂ ਮੈਡਲ ਲਿਆ ਕੇ ਉਹ ਹਰਿਆਣੇ ਲਈ ਨੌਕਰੀ ਕਰਨ ਲਈ ਤਿਆਰ ਆ, ਸਾਡੇ ਬੱਚੇ ਰਾਜਸਥਾਨ ਲਈ ਖੇਡਣ ਲਈ ਤਿਆਰ ਹੈ, ਮਜਬੂਰ ਹੈ। ਉਹਨਾਂ ਦਾ ਕੋਈ ਜੀ ਥੋੜੀ ਕਰਦਾ, ਕਿਉਂਕਿ ਉਹਨਾਂ ਦੀ ਪਾਲਿਸੀ 'ਚ ਅੱਛੀਆਂ ਨੇ, ਉਹਨਾਂ ਨੂੰ ਨੌਕਰੀ ਦਿੰਦੇ ਆ। ਤੇ ਸਾਡੇ ਨੌਕਰੀ ਤਾਂ ਦੂਰ ਦੀ ਗੱਲ ਛੱਡੋ, ਮਤਲਬ ਕਿ 2016 ਤੋਂ ਲੈ ਕੇ ਹੁਣ ਤੱਕ ਅਸੀਂ ਕਿਸੇ ਵੀ ਖਿਡਾਰੀ ਨੂੰ ਇਕਵਿਪਮੈਂਟ ਤੱਕ ਨਹੀਂ ਦਿੱਤੇ। ਮੈਂ ਬੜੇ ਸਟੇਡੀਅਮ ਦੇ ਵਿੱਚ, ਗਰਾਊਂਡ ਦੇ ਵਿੱਚ ਗਿਆ, ਮਤਲਬ ਕਿ ਸਾਡੇ ਜਿਹੜੇ ਇੰਟਰਨੈਸ਼ਨਲ ਜਿਹੜੇ ਪਲੇਅਰ ਨੇ ਆਰਚਰੀ ਦੀ, ਜਿਹੜੇ ਮੈਂ ਪੰਜਾਬ ਯੂਨੀਵਰਸਿਟੀ ਉੱਥੇ ਗਿਆ ਤਿਆਰੀ ਕਰਦੇ ਆ, ਉਹ ਜਿਹੜੇ 5-5 7 ਸਾਲ 8-8 10 ਪੁਰਾਣੇ ਜਿਹੜੇ ਇਕਵਿਪਮੈਂਟ ਆ ਉਹਨਾਂ ਨਾਲ ਤਿਆਰੀ ਕਰ ਰਿਹਾ। ਉਹ ਕਿਸ ਤਰ੍ਹਾਂ ਜਾ ਕੇ ਕੰਪੀਟ ਕਰਨਗੇ? ਮੈਂ ਰੋਇੰਗ ਵਾਲੇ, ਕਨੋਇੰਗ, ਜਿਹੜੀ ਉਹ ਪਾਣੀ ਵਾਲੀਆਂ ਗੇਮਸ ਹੈ, ਮੈਂ ਰੋਪੜ ਸਾਡੇ ਬੱਚਿਆਂ ਕੋਲੇ ਉੱਥੇ ਚਲਾ ਗਿਆ। ਤੁਸੀਂ ਦੇਖੋ, ਉਹ ਕਹਿੰਦੇ ਜੀ ਅਸੀਂ ਜਿਹੜੀ ਬੋਟ ਨਾਲ ਪ੍ਰੈਕਟਿਸ ਕਰ ਰਹੇ ਹਾਂ ਉਹ ਇੰਡੀਅਨ ਹੈ, ਸਸਤੀ ਕਿਸ਼ਤੀ ਹੈ, ਇੰਡੀਅਨ ਮੇਡ, ਉਹਦੇ ਤੋਂ ਪ੍ਰੈਕਟਿਸ ਕਰਦੇ ਆ। ਉਹ ਕਹਿੰਦੇ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਆ, ਉਹਦਾ ਜਿਹੜਾ weight ਲੱਗ ਗਿਆ, ਉਹਦਾ ਬੈਲੈਂਸ ਲੱਗ ਗਿਆ, ਅਸੀਂ ਉਹਦੇ ਤੇ ਕਦੇ ਪ੍ਰੈਕਟਿਸ ਨਹੀਂ ਕੀਤੀ, ਸਾਡਾ ਬੈਲੈਂਸ ਹੀ ਨਹੀਂ ਬਣ ਪਾਉਂਦਾ, ਜਿਹਦੇ ਕਰਕੇ ਅਸੀਂ ਉੱਥੇ ਜਾ ਕੇ ਜਿਹੜਾ ਅਸੀਂ ਪਿੱਛੇ ਰਹਿ ਜਾਂਦੇ ਆ। ਤੁਸੀਂ ਦੇਖੋ ਵੀ ਸਾਰੀ ਮਤਲਬ ਕਿ ਨਾ, ਜੇ ਉੱਥੇ ਕਿਸ਼ਤੀਆਂ ਦੇਣੀਆਂ, ਹੁਣ ਸਾਰਾ 2 ਕਰੋੜ ਦਾ ਬਜਟ ਨਹੀਂ, ਤੇ ਪਿਛਲੀਆਂ ਸਰਕਾਰਾਂ ਸਿਰਫ 2 ਕਰੋੜ ਰੁਪਈਆ ਵੀ ਸਾਡੇ ਜਿਹੜੇ ਰੋਇੰਗ ਕਨੋਇੰਗ ਵਾਲੇ ਪਲੇਅਰ ਹੈ ਉਹਨਾਂ ਨੂੰ ਦੇ ਨਹੀਂ ਸਕੇ। ਤੇ ਉਹ ਦੇਸੀ ਕਿਸ਼ਤੀਆਂ ਜਿਹੜੇ ਸਾਡੇ ਇੰਟਰਨੈਸ਼ਨਲ ਪਲੇਅਰ ਨੇ, ਜਿਹੜੇ ਉਹ ਉਹਨਾਂ ਤੇ ਪ੍ਰੈਕਟਿਸ ਕਰ ਰਹੇ ਆ। ਸੋ ਪਿਛਲੇ ਸਮੇਂ 'ਚ ਜਿਹੜਾ ਬੜੇ ਜਿਹੜੇ ਸਾਡਾ ਐਜੂਕੇਸ਼ਨ ਵੀ, ਸਪੋਰਟਸ ਵੀ ਬੜਾ ਇਗਨੋਰਡ ਰਿਹਾ। ਤੇ ਬਾਕੀ ਜਿਹੜਾ ਸਪੋਰਟਸ ਦੇ ਵਿੱਚ ਮਤਲਬ ਕਿ ਜੋ ਖਿਡਾਰੀ ਨੂੰ ਕੀ ਚਾਹੀਦਾ, ਇੱਕ ਗਰਾਊਂਡ ਚਾਹੀਦਾ, ਇੱਕ ਇਕਵਿਪਮੈਂਟ ਚਾਹੀਦਾ, ਉਹਦੇ ਧਿਆਨ ਨਹੀਂ ਦਿੱਤਾ ਗਿਆ। ਵੱਡੇ ਵੱਡੇ ਗਰਾਊਂਡ, ਆਹ ਜਿਹੜੇ ਸਟੇਡੀਅਮ ਬਣਾਉਣ ਤੇ ਜਿਹੜਾ ਧਿਆਨ ਦਿੱਤਾ ਗਿਆ, ਕਿਉਂਕਿ ਖਬਰ ਆ ਉਹਦੇ 'ਚੋਂ ਪੈਸੇ ਬਚਦੇ ਹੋਣ, ਤਾਂ ਕਰਕੇ ਦਿੱਤਾ ਗਿਆ। ਮੈਂ ਜਿਹੜਾ ਉੱਥੋਂ ਦੀ ਵੀ, ਮਾਲਪੁਰ ਦੀ ਵੀ ਉਦਾਹਰਨ ਵਿਧਾਨ ਸਭਾ ਦਿੱਤੀ ਸੀ। ਮੈਂ ਮਾਲਪੁਰ ਵਿਜ਼ਿਟ ਕੀਤਾ ਪਿਛਲੇ ਦਿਨੀ। ਤੁਸੀਂ ਦੇਖੋ ਵੀ ਉੱਥੇ ਮਾਲਪੁਰ ਇਹ ਕਿਹਾ ਜਾਂਦਾ ਵੀ ਉਹ ਇਹਦੀ ਫੁੱਟਬਾਲ ਦੀ ਨਰਸਰੀ ਹੈ, ਬੜੇ ਵੱਡੇ ਉੱਥੇ ਇੰਟਰਨੈਸ਼ਨਲ ਪਲੇਅਰ ਉਸ ਗਰਾਊਂਡ ਨੇ ਪੈਦਾ ਕੀਤੇ। ਮੈਂ ਗਰਾਊਂਡ 'ਚ ਗਿਆ, ਮਤਲਬ ਕਿ ਮੇਰੇ ਮਨ 'ਚ ਜਦੋਂ ਮੈਂ ਪਹੁੰਚਣਾ ਸੀ, ਐ ਪਿਕਚਰ ਬਣ ਰਹੀ ਸੀ, ਐਂ ਗਰਾਸੀ ਗਰਾਊਂਡ ਹੋਊਗਾ ਬੜਾ ਵੱਡਾ। ਜਦੋਂ ਮੈਂ ਗਿਆ, ਉੱਥੇ ਪਹੁੰਚ ਗਿਆ, ਮੈਂ ਕਿਹਾ ਗਰਾਊਂਡ ਕਿੱਥੇ? ਕਹਿੰਦੇ ਆਹ ਸੀ ਜੀ। ਉਹ ਸਾਰਾ ਸੁੱਕਿਆ ਪਿਆ। ਮੈਂ ਕਿਹਾ ਸੁੱਕਿਆ ਕਿਉਂ ਪਿਆ? ਕਹਿੰਦੇ ਜੀ ਮੋਟਰ ਦਾ ਬਿੱਲ ਨਹੀਂ ਭਰਿਆ, 60,000 ਰੁਪਇਆ ਬਿੱਲ ਸੀ, ਪਿਛਲੇ 1 ਸਾਲ ਤੋਂ ਬੰਦ ਪਈ ਆ ਮੋਟਰ। ਤੁਸੀਂ ਦੇਖੋ ਵੀ ਮੋਟਰ ਦਾ ਬਿੱਲ ਭਰਨ ਲਈ ਪੈਸੇ ਨਹੀਂ, ਤੇ ਦੂਜੇ ਪਾਸੇ ਮਾਲਪੁਰ 'ਚ 2 ਕਰੋੜ ਰੁਪਇਆ ਲਾ ਕੇ ਫੁੱਟਬਾਲ ਦਾ ਸਟੇਡੀਅਮ ਜਿਹੜਾ ਉਹ ਤਿਆਰ ਹੋ ਰਿਹਾ।
ਤੇ ਇੱਕ ਪਾਸੇ 60,000 ਨਹੀਂ, ਇੱਕ ਪਾਸੇ 2 ਕਰੋੜ ਰੁਪਇਆ ਲਾ ਰਿਹਾ। ਬਰਨਾਲੇ 7.5 ਕਰੋੜ ਰੁਪਇਆ ਲਾਤਾ। ਉਹ ਗਰਾਊਂਡ 'ਚ ਮੈਂ ਖੇਡਦਾ ਰਿਹਾ, ਹੁਣ ਉੱਥੇ ਨਾ ਘਾਹ ਹੈ ਨਾ ਟਰੈਕ ਹੈ, 7.5 ਕਰੋੜ ਰੁਪਇਆ ਲੱਗੇ। ਅੱਛਾ, ਤੁਸੀਂ ਆਪਣੇ ਇਲਾਕੇ 'ਚ ਕੋਈ ਇਹੋ ਜਿਹੇ ਗਰਾਊਂਡਸ ਜਾਂ ਇਹੋ ਜਿਹੀਆਂ ਫੈਸਿਲਿਟੀਆਂ ਲਿਆ ਰਹੇ ਹੋ? ਕਿਉਂਕਿ ਸੰਗਰੂਰ ਇੱਕ ਟਾਈਮ ਤੇ ਬਾਕਸਿੰਗ ਦੇ ਲਈ ਜਾਣਿਆ ਜਾਂਦਾ ਸੀ, ਵੱਡੇ ਵੱਡੇ ਅਸੀਂ- ਪਲੇਅਰ ਉੱਥੋਂ ਨਿਕਲੇ ਹੈ। ਮੈਨੂੰ ਪਤਾ ਤੁਹਾਡਾ ਵੀ ਜ਼ਿਲ੍ਹਾ ਸੰਗਰੂਰ ਹੈ। ਅਸੀਂ ਸੰਗਰੂਰ ਬਰਨਾਲਾ ਕੀ ਅਸੀਂ ਸਾਰੇ ਪੰਜਾਬ 'ਚ ਚਾਹੁੰਦੇ ਆ ਕਿ ਜਿਹੜੇ ਗਰਾਊਂਡ ਹੈ ਉਹ ਪੰਜਾਬ ਦੇ ਵਿੱਚ ਬਣ, ਹਰ ਪਿੰਡ 'ਚ ਬਣ, ਜਿੱਥੇ ਵੀ ਪੰਚਾਇਤੀ ਜ਼ਮੀਨ ਹੈ। ਪਹਿਲੀ ਪ੍ਰਾਇੋਰਟੀ ਹੈ ਕਿ ਜੇ ਕਿਸੇ ਸਕੂਲ 'ਚ ਪਿੰਡਾਂ ਵਾਲੇ 'ਚ ਗਰਾਊਂਡ ਹੈ, ਉੱਥੇ ਗਰਾਊਂਡ ਤਿਆਰ ਕਰੀਏ, ਚਾਹੇ ਅਸੀਂ ਮਨਰੇਗਾ ਥਰੂ ਕਰੀਏ, ਤੇ ਨਹੀਂ ਹੈਗਾ ਤਾਂ ਪੰਚਾਇਤੀ ਜ਼ਮੀਨ ਤਿਆਰ ਕਰੀਏ। ਕਿਉਂਕਿ ਇਹ ਇਕੱਲੇ ਗਰਾਊਂਡ ਦਾ ਮਸਲਾ ਨਹੀਂ, ਇਹ ਸਾਡੇ ਸੀਐਮ ਸਾਹਿਬ ਦੀ ਸੋਚ ਹੈ ਕਿ ਜੇ ਡਰੱਗਸ ਵਾਲੀ ਜੀ ਵੀ ਜਿਹੜੀ ਸਮੱਸਿਆ, ਜਿਹੜੇ ਇੱਕ ਬਹੁਤ ਵੱਡੀ ਪੰਜਾਬ ਨੂੰ ਜਿਹੜਾ ਇੱਕ ਕੋਲ ਚਿੰਬੜਿਆ ਮੈਂ ਹੋਇਆ, ਉਸ ਗੱਲ ਤੇ ਵੀ ਆ ਰਿਹਾ ਸੀ, ਉਹਨੂੰ ਵੀ ਖਤਮ ਕਰਨ ਦੇ ਲਈ, ਉਹਦੇ ਨਾਲ ਵੀ ਲੜਾਈ ਲੜਨ ਦੇ ਲਈ ਪੰਜਾਬ 'ਚ ਜਿਹੜਾ ਸਪੋਰਟਸ ਕਲਚਰ ਜਿਹੜਾ ਤੁਹਾਨੂੰ ਕ੍ਰੀਏਟ ਕਰਨਾ ਪਊਗਾ। ਨਾਟ ਕ੍ਰੀਏਟ, ਤੁਹਾਨੂੰ ਆਲਰੇਡੀ ਸੀ, ਸਾਡੇ ਉਹਨੂੰ ਰਿਵਾਈਵ ਜਿਹੜਾ ਸਾਨੂੰ ਜਿਹੜਾ ਉਹ ਕਰਨਾ ਪਊਗਾ। ਹਰ ਪਿੰਡ ਦੇ ਵਿੱਚ ਗਰਾਊਂਡ ਹੋਵੇ, ਇਕਵਿਪਮੈਂਟ ਹੋਣ, ਤਾਂ ਕਿ ਘੱਟੋ ਘੱਟ ਸ਼ਾਮ ਨੂੰ ਸਾਡਾ 35-40 ਲੱਖ ਬੱਚਾ ਸਾਡੇ ਗਰਾਊਂਡਾਂ ਦੇ ਵਿੱਚ ਹੋਵੇ। ਉਹਦੇ ਨਾਲ ਮੈਂ ਸਮਝਦਾ ਕਿ ਸਮੱਸਿਆ ਦਾ ਬਹੁਤ ਜਿਹੜਾ ਜਲਦੀ ਹੱਲ ਹੋ ਸਕਦਾ। ਸੋ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਜਿਹੜਾ ਇੱਕ ਅੱਛਾ ਜਿਹੜਾ ਗਰਾਸੀ ਗਰਾਊਂਡ ਹੈ ਜਿਹੜਾ ਉਹ ਤਿਆਰ ਹੈ ਜਿਹੜਾ ਉਹ ਕਰੀਏ। ਮੇਰੇ ਕੋਲ 2 ਸਵਾਲ ਹੈ, ਆਪਣੇ ਕੋਲ ਸਮਾਂ ਜ਼ਰੂਰ ਖਤਮ ਹੋ ਚੱਲਿਆ ਹੈ। ਪਹਿਲਾ, ਕਿਉਂਕਿ ਯੂਨੀਵਰਸਿਟੀ ਦਾ ਜ਼ਿਕਰ ਹੋ ਰਿਹਾ ਸੀ, ਪਰ ਪੈਰਲਰ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਬਹੁਤ ਵੱਡੇ ਪੱਧਰ ਤੇ ਪੂਰੇ ਪੰਜਾਬ 'ਚ ਖੁੱਲੀਆਂ ਨੇ ਔਰ ਖੁੱਲ ਵੀ ਰਹੀਆਂ ਨੇ, ਉਹਨਾਂ ਨੂੰ ਲੈ ਕੇ ਵੀ ਬਹੁਤ ਸਾਰੇ ਐਲੀਗੇਸ਼ਨਸ ਲੱਗਦੇ ਨੇ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਸੈਲਰੀਜ਼ ਦਿੱਤੀਆਂ ਜਾਂਦੀਆਂ ਨੇ ਉਹ ਦਿਖਾਈਆਂ ਕੁਝ ਹੋਰ ਜਾਂਦੀਆਂ ਨੇ, ਹੁੰਦੀਆਂ ਕੁਝ ਹੋਰ ਨੇ। ਦੂਜੇ ਪਾਸੇ ਸਟੂਡੈਂਟਸ ਨੂੰ ਲੈ ਕੇ ਕਿਹਾ ਜਾਂਦਾ ਕਿ ਉਹ ਫੀਸਾਂ ਬਹੁਤ ਜ਼ਿਆਦਾ ਲੈਂਦੇ ਨੇ। ਤੁਹਾਨੂੰ ਲੱਗਦਾ ਕਿ ਉਹ ਵੀ ਕੋਈ ਨਾ ਕੋਈ ਧਿਆਨ ਦੇਣ ਵਾਲੀ ਗੱਲ ਹੈ ਔਰ ਉਹਦੇ ਉੱਪਰ ਵੀ ਸਰਕਾਰ ਨੂੰ ਕੰਮ ਕਰਨਾ ਚਾਹੀਦਾ? ਇਨਫੈਕਟ ਤੁਸੀਂ ਉਸ ਦੇ ਬਾਰੇ ਕੁਝ ਸੋਚ ਰਹੇ ਹੋ? ਬੜਾ ਜ਼ਰੂਰੀ ਹੈ ਜੀ, ਕਿਉਂਕਿ ਨਾ ਦੇਖੋ, ਮੈਂ ਸਮਝਦਾ ਕਿ ਬੜੇ ਇਦਾਂ ਦੇ ਇੰਸਟੀਚਿਊਟ ਹੈਗੇ ਆ ਜੋ ਮੈਂ 3 ਮਹੀਨੇ ਸਮਝਿਆ ਜੀ, ਜਿੱਥੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ। ਉਹਨਾਂ ਨੂੰ ਗ੍ਰੈਜੂਏਸ਼ਨ ਕਰਾਤੀ, ਮਾਸਟਰ ਕਰਵਾਤੀ, ਪਰ ਉਹ ਕਾਸੇ ਦੇ ਲਾਇਕ ਨਹੀਂ, ਕਿਉਂਕਿ ਉਹਨਾਂ ਦਾ ਜਿਹੜਾ ਉਹਨਾਂ ਕੋਲੇ ਯੂਨੀਵਰਸਿਟੀ ਕੋਲੇ ਆਪਦੇ ਕੋਲ ਕੁਝ ਨਹੀਂ, ਲੈਬ ਨਹੀਂ, ਉੱਥੇ ਕੋਈ ਐਕਸਪੈਰੀਮੈਂਟ ਉਹਨਾਂ ਨੂੰ ਕਰਕੇ ਦਿਖਾਉਣ ਨੂੰ ਨਹੀਂ। ਬਿਲਕੁਲ, ਸਿਰਫ ਉਹਨਾਂ ਨੂੰ ਅਸੀਂ ਕਾਗਜ਼ ਜਿਹੜੇ ਆ ਉਹ ਫੜਾ ਰਹੇ ਹਾਂ। ਜੋ ਅੱਜ ਇੰਡਸਟਰੀ ਦੀ ਡਿਮਾਂਡ ਹੈ, ਜੋ ਉਹਨਾਂ ਦੀ ਰਿਕੁਆਇਰਮੈਂਟ ਹੈ, ਉਹ ਸਾਡੇ ਜਿਹੜੇ ਕਾਲਜ ਨੇ ਜਾਂ ਜਿਹੜੇ ਇਦਾਂ ਦੇ ਇੰਸਟੀਚਿਊਟ ਆ ਉਹ ਪ੍ਰੋਵਾਈਡ ਹੀ ਨਹੀਂ ਕਰਵਾ ਪਾ ਰਹੇ, ਜਿਹਦੇ ਕਰਕੇ ਬਾਹਰਲੇ ਸੂਬਿਆਂ ਦੇ ਬੱਚੇ ਆ ਕੇ ਇੱਥੇ ਨੌਕਰੀ ਕਰ ਪਾ ਰਹੇ ਆ ਜਿਹੜੀ ਪ੍ਰਾਈਵੇਟ ਇੰਡਸਟਰੀ 'ਚ, ਪਰ ਸਾਡੇ ਵਾਲਿਆਂ ਨੂੰ ਮਿਲ ਨਹੀਂ ਰਹੀ। ਇਹਦੇ ਤੇ ਬੜੀ ਜ਼ਰੂਰਤ ਹੈ ਕਿ ਇਦਾਂ ਦੇ ਜਿਹੜੇ ਇੰਸਟੀਚਿਊਟ ਹੈ ਉਹਨਾਂ ਦਾ ਜਿਹੜਾ ਚੈੱਕ ਹੈ ਉਹ ਰੱਖਿਆ ਜਾਵੇ। ਉਹਦੇ ਲਈ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਕੋਈ ਨਾ ਕੋਈ ਤਜਵੀਜ਼ ਜਿਹੜੀ ਲੈ ਕੇ ਆ ਰਹੇ ਹਾਂ, ਚਾਹੇ ਕੋਈ ਬਾਡੀ ਬਣਾਈਏ, ਪਰ ਉਹਨਾਂ ਦਾ ਜਿਹੜਾ ਚੈੱਕ ਹੈ, ਜਿਹੜੇ ਇਦਾਂ ਦੇ ਜਿਹੜੇ ਬਿਲੋ ਲੈਵਲ ਨੇ ਜੀ, ਉਹ ਇੰਸਟੀਚਿਊਟ ਤੇ ਚੈੱਕ ਹੈ ਜਿਹੜਾ ਜ਼ਰੂਰ ਰੱਖਿਆ ਜਾਊਗਾ। ਚਲੋ ਇੱਕ ਆਖਰੀ ਸਵਾਲ, ਸਮਾਂ ਬਹੁਤ ਬੁਰਾ ਆਪਣੇ ਕੋਲ। 3 ਮਹੀਨੇ 'ਚ ਸੰਗਰੂਰ 'ਚ ਬਾਜ਼ੀ ਕਿਵੇਂ ਪਲਟ ਗਈ? ਕਿਵੇਂ 5000 ਵੋਟਾਂ ਘੱਟ ਰਹਿ ਗਈਆਂ? ਕਿਵੇਂ ਜਿਹੜੀ ਲੀਡ ਸੀ ਉਹ ਘਟ ਗਈ? ਕਿਵੇਂ ਹਾਰ ਹੋ ਗਈ? ਖਾਸ ਤੌਰ ਤੇ ਮੈਂ ਬਰਨਾਲਾ ਜਾਣਨਾ ਚਾਹੁੰਦਾ, ਲੋਕ ਜਾਣਨਾ ਚਾਹੁੰਦੇ। ਗੌਰਵ ਜੀ, ਅਸੀਂ ਬਦਲਾਅ ਲਈ ਜਿਹੜਾ ਅਸੀਂ ਆਏ ਸੀ ਜੀ, ਠੀਕ ਹੈ, ਕੁਝ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ, ਅਸੀਂ ਵੀ ਉਹਨਾਂ ਤੇ ਦੇਖ ਰਹੇ ਹਾਂ ਵੀ ਕਿੱਥੇ ਰਹੀਆਂ। 37 ਤੋਂ 35% ਸਾਡੀ ਵੋਟ ਰਹਿ ਗਈ, 2% ਘਟ ਗਈ। ਪਰ ਤੁਸੀਂ ਇੱਕ ਵੀ ਮਤਲਬ ਕਿ ਪੂਰੀ ਇਲੈਕਸ਼ਨ ਦੇ ਵਿੱਚ ਇੱਕ ਸਿੰਗਲ ਇਦਾਂ ਦੀ ਘਟਨਾ ਨਹੀਂ ਆਈ ਵੀ ਕਿਸੇ ਤੇ FIR ਦਰਜ ਹੋਈ ਹੋਵੇ, ਕਿਸੇ ਨੇ ਕਿਸੇ ਨੂੰ ਗਾਲ ਵੀ ਕੱਢੀ ਹੋਵੇ, ਕੋਈ ਕਿਤੇ ਸ਼ਰਾਬ ਵੰਡੀ ਜਾ ਰਹੀ ਹੋਵੇ। ਨਹੀਂ, ਆਮ ਤੌਰ ਤੇ ਨਾ, ਮੈਂ ਵਿਧਾਨ ਸਭਾ 'ਚ ਬੋਲਿਆ ਸੀ, ਪਿਛਲੇ ਸਮਿਆਂ 'ਚ ਬਾਈ ਇਲੈਕਸ਼ਨਾਂ ਕਿਵੇਂ ਹੁੰਦੀਆਂ ਸੀ, ਜਿਹੜੀ ਆਮ ਤੌਰ ਤੇ ਧਾਰਨਾ ਬਣ ਗਈ ਸੀ ਵੀ ਜੀ ਇਹ ਤਾਂ ਸਰਕਾਰ ਜਿੱਦੀ ਹੁੰਦੀ ਹੈ। ਇਲੈਕਸ਼ਨਾਂ ਕੈਂਡੀਡੇਟ ਨਹੀਂ ਸੀ ਲੜਦਾ, DSP ਤੇ SSP ਲੜਦੇ ਹੁੰਦੇ ਸੀ, ਉਹਨਾਂ ਦੀ ਡਿਊਟੀਆਂ ਲੱਗਦੀਆਂ ਸੀ ਵੀ ਵੋਟ ਤੁਸੀਂ ਵਧਾ ਕੇ ਦੇਣੀ ਹੈ, ਜੇ ਮਰਜ਼ੀ ਵਧਾ ਕੇ ਦਿਓ, ਪਰਚੇ ਪਾਓ, ਲੋਕਾਂ ਨੂੰ ਡਰਾਓ, ਜੋ ਮਰਜ਼ੀ ਕਰੋ। ਅੱਜ ਜਦੋਂ ਸ਼ਾਹਕੋਟ ਵਾਲੀ ਇਲੈਕਸ਼ਨ ਹੋਈ ਹੈ, ਉਦੋਂ ਮੁੱਖ ਮੰਤਰੀ ਸਾਹਿਬ ਦੇ OSD ਉੱਥੇ ਪਹੁੰਚੇ ਤੇ ਪਿੰਡ ਵਾਈਜ਼ ਸਾਰੇ ਸਰਕਾਰੀ ਮੁਲਾਜ਼ਮਾਂ ਦੀ ਲਿਸਟ ਬਣਾ ਲਈ ਕਿ ਜੀ ਆਹ ਲਿਸਟ ਹੈ, ਆਹ ਇੰਨੇ ਮੁਲਾਜ਼ਮ ਹੈ, ਜਿਹੜੇ ਪਿੰਡ 'ਚੋਂ ਵੋਟ ਘਟ ਗਈ ਉਹ ਪਿੰਡ ਦੇ ਮੁਲਾਜ਼ਮ ਜ਼ਿਆਦਾ ਜਾਣਗੇ ਫਾਜ਼ਿਲਕਾ, ਜਾ ਜਾਣਗੇ ਪਠਾਨਕੋਟ, ਦੋਨੇ ਬਾਰਡਰਸ ਤੇ। ਮਤਲਬ ਕਿ ਇਸ ਤਰ੍ਹਾਂ ਤੁਸੀਂ ਡਰਾ ਕੇ ਇਲੈਕਸ਼ਨ ਜਿੱਤਦੇ ਰਹੇ ਹੋ। ਟਰੱਕਾਂ ਨਹੀਂ, ਪਰ ਮੀਤ ਜੀ ਦੂਸਰਾ ਪੁਆਇੰਟ ਹੈ ਕਿ ਵੋਟਾਂ ਤਾਂ ਨਹੀਂ ਪਈਆਂ। ਇੱਕ ਮਿੰਟ, ਜਿਹੜੇ ਟਰੱਕਾਂ ਦੇ ਟਰੱਕ ਸ਼ਰਾਬ ਦੇ ਕਿੰਨਾ ਕੁਛ ਦੇਖੋ, ਅਸੀਂ ਬਦਲਾਅ ਲਈ ਆਏ ਸੀ। ਅਸੀਂ ਇਹ ਵੀ ਨਵੀਂ ਪਿਰਤ ਇਹ ਪੰਜਾਬ ਦੇ ਲੋਕਾਂ ਨੂੰ ਮੰਨਣਾ ਪਊਗਾ ਕਿ ਸ਼ੁਰੂ ਕੀਤੀ, ਅਸੀਂ ਬਿਲਕੁਲ ਫੇਅਰ ਇਲੈਕਸ਼ਨ ਕਰਵਾਈ। ਚਲੋ ਠੀਕ ਹੈ, ਸਾਡਾ ਵੋਟ ਬੈਂਕ ਘਟਿਆ, ਪਰ ਦੂਸਰੀਆਂ ਵੀ ਤੁਸੀਂ ਦੇਖੋ ਜਿਹੜੀਆਂ ਮੇਨ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਦੀ ਜ਼ਮਾਨਤ ਜ਼ਬਤ ਹੋਈ ਹੈ। ਸੋ ਲੋਕਾਂ ਦਾ ਮੈਂਡੇਟ ਅਸੀਂ ਸਿਰ ਮੱਥੇ ਕਬੂਲ ਕਰਦੇ ਹਾਂ, ਪਰ ਇਹ ਵੀ ਮੰਨਣਾ ਪਊਗਾ ਕਿ ਅਸੀਂ ਇੱਕ ਨਵੀਂ ਜਿਹੜੀ ਬਦਲਵੀਂ ਰਾਜਨੀਤੀ ਸੀ, ਅਸੀਂ ਬਦਲਵੀਂ ਰਾਜਨੀਤੀ ਜਿਹੜੀ ਹੈ ਉਹਨੂੰ ਅੱਗੇ ਲੈ ਕੇ ਗਏ ਹਾਂ ਤੇ ਆਉਣ ਵਾਲੇ ਸਮੇਂ 'ਚ ਇਹ ਅੱਛੀ ਸ਼ੁਰੂਆਤ ਹੈ। ਮੈਂ ਤੁਹਾਨੂੰ ਦੱਸਦਾ, ਦੇਖੋ ਸਦਾ ਦਾ ਇੱਥੇ ਆਮ ਆਦਮੀ ਪਾਰਟੀ ਰਹਿਣਾ ਨਹੀਂ, ਕਦੇ ਤਾਂ ਜਾਵਾਂਗੇ, ਕਦੇ ਤਾਂ ਹੋਰ ਕੋਈ ਆਊਗਾ ਵੀ, ਪਰ ਉਹਨਾਂ ਲੋਕਾਂ ਲਈ ਵੀ ਜਿੱਦਣ ਵੀ ਕੋਈ ਆਊਗਾ ਇਹ ਮਜਬੂਰੀ ਹੋਊਗੀ
ਕਿ ਉਹਨਾਂ ਨੂੰ ਵੀ ਜਿਹੜੇ ਮਾਪਦੰਡ ਅਸੀਂ ਅੱਜ ਸੈੱਟ ਕਰ ਰਹੇ ਹਾਂ ਇਹਨਾਂ ਤੇ ਚੱਲਣਾ ਪਊਗਾ। ਉਹਨਾਂ ਨੂੰ ਵੀ ਲੋਕਾਂ ਸਾਹਮਣੇ ਫੇਰ ਜਿਹੜੀ ਇਲੈਕਸ਼ਨ ਕਰਵਾਉਣੀ ਪਊਗੀ, ਲੋਕਾਂ ਪ੍ਰਤੀ ਅਕਾਊਂਟੇਬਲ ਜਿਹੜਾ ਰਹਿਣਾ ਪਊਗਾ, ਲੋਕਾਂ ਪ੍ਰਤੀ ਇਮਾਨਦਾਰ ਜਿਹੜਾ ਉਹ ਰਹਿਣਾ ਪਊਗਾ। ਇਹ ਆਮ ਆਦਮੀ ਪਾਰਟੀ ਰਾਜਨੀਤੀ ਹਿੰਦੁਸਤਾਨ ਦੀ ਬਦਲਣ ਲਈ ਆਈ ਹੈ ਤੇ ਉਹਦੇ ਤੇ ਜਿਹੜਾ ਕੰਮ ਹੈ ਉਹ ਕਰ ਰਹੀ ਹੈ। ਜੀ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੇ ਲਈ। ਸਮਾਂ ਜੇ ਨਹੀਂ ਇਜਾਜ਼ਤ ਦੇ ਰਿਹਾ ਸੀ, ਗੱਲਾਂ ਮੈਨੂੰ ਲੱਗਦਾ ਕਿ ਆਪਾਂ ਹੋਰ ਕਰਦੇ ਰਹੀਏ, ਕਾਫੀ ਟਾਈਮ ਨਿਕਲ ਸਕਦਾ।